हर रोज़ की तरह पहुँच चुके ने जी प्रोफैसर जगीर सिंह कालों। उन्होंने नाल करते हैं कुछ क मसलियां ते गलबात ते दूजे भाग च शशील दसांझ जुड़नगे चंडीगढ़ स्टूडियो तो। सब तो पहला प्रोफैसर साहब का करते हैं स्वागत। प्रोफैसर साहब सत श्री अकाल जी, वेलकम। बहुत मेहरबानी गिल साहब। प्रोफैसर साहब सब तो पहला गल्लां बातां क्योंकि तुसी सारा काम कार तुहाडा सारी लाइफ जिहड़ी है तुसी एजुकेशन दे विच अपना सर्व कीता आ ते मैं एक ਜਿਹੜੀ ਨੀਤੀ ਆਯੋਗ ਦਾ ਆਈ ਆ ਰਿਪੋਰਟ ਐਜੂਕੇਸ਼ਨ ਇਨ ਇੰਡੀਆ ਦੇ ਬਾਰੇ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਜਿਹੜਾ ਆ ਉਹ ਜਿਹੜੀਆਂ ਟੌਪ ਸਟੇਟ ਨੇ ਐਜੂਕੇਸ਼ਨ ਸਿਸਟਮ ਜਿਹੜਾ ਸਰਕਾਰੀ ਸਿਸਟਮ ਹੈ ਉਹਦੇ ਬਾਰੇ ਤੇ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਸਭ ਤੋਂ ਵਧੀਆ ਸਿਸਟਮ ਪੰਜਾਬ ਦਾ ਹੈ। ਤੇ ਆਪਾਂ ਪੰਜਾਬ ਨੂੰ ਜਾਣਦੇ ਆ, ਪੰਜਾਬ 'ਚ ਆਪਾਂ ਰਹਿ ਕੇ ਆਏ, ਅਸੀਂ ਵੀ ਉਹਨਾਂ ਸਕੂਲਾਂ ਦੀ ਪੈਦਾਵਾਰ ਆ। ਵੈਸੇ ਤਾਂ ਕੋਈ ਜ਼ਮਾਨਾ ਹੁੰਦਾ ਸੀਗਾ ਜਦੋਂ ਅਧਿਆਪਕ ਤੇ ਸਕੂਲ ਸਿਸਟਮ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਬੱਚੇ ਨਿਕਲਦੇ ਸੀ ਤੇ ਉੱਥੋਂ ਫੌਜ ਆਫੀਸਰ ਜਾਂਦੇ ਸੀਗੇ, ਡਾਕਟਰ ਬਣਦੇ ਸੀਗੇ, ਇੰਜੀਨੀਅਰ ਬਣਦੇ ਸੀਗੇ। ਪਰ ਹੁਣ ਹਾਲਾਤ ਜਿਵੇਂ ਬਦਲਿਆ, ਜਿਵੇਂ ਪ੍ਰਾਈਵੇਟੇਸ਼ਨ ਦਾ ਦੌਰ ਆਇਆ ਤੇ ਸਰਕਾਰੀ ਸਿਸਟਮ ਜਿਹੜਾ ਐਜੂਕੇਸ਼ਨ ਦਾ ਵਾ, ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੇ ਦੋ ਬੇਸਿਕ ਸਿਸਟਮ ਨੇ ਐਜੂਕੇਸ਼ਨ ਤੇ ਹੈਲਥ, ਉਹਨੂੰ ਬੁਰੀ ਤਰ੍ਹਾਂ ਢਾਹ ਲੱਗੀ। ਤੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਬਾਰੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰਨੀਆਂ ਚਾਹ ਰਹੇ ਹਾਂ कि नीति जो कह रहा है कि पंजाब का सिस्टम है ही A+++। केरला वगैरह वर्गियां स्टेटां जिहड़ियां सब तो वध पढ़ियां लिखियां उन्हां दे बराबर लिया खड़ा किया ते सब तो निखेध बिहार वगैरह नूं इन्हां शो किया जी। तुसीं की समझदे हो कि ये जिहड़ियां रिपोर्टां ने ये कागजी रिपोर्टां हुंदियां कि कोई ग्राउंड रियलिटी भी हुंदी है जी? ਇਹਦੇ 'ਚ ਗਿਲ ਸਾਹਿਬ ਜਿਵੇਂ ਤੁਸੀਂ ਕਿਹਾ ਵਾ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਹਦੇ 'ਚੋਂ ਅਸੀਂ ਤੁਸੀਂ ਵੀ ਪੜ੍ਹੇ ਆ, ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਹਰ ਖੇਤਰ ਦੇ ਵਿੱਚ ਅੱਗੇ ਗਏ, ਉਹ ਵੀ ਪੰਜਾਬ ਦੇ ਸਰਕਾਰੀ ਖਾਸ ਕਰਕੇ ਜਿਹੜਾ ਐਜੂਕੇਸ਼ਨ ਦਾ ਸਿਸਟਮ ਸੀਗਾ ਉਹਦੇ ਵਿੱਚੋਂ ਉਹਨਾਂ ਦੀ ਉਪਜ ਹੈਗੇ ਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੇ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਲਾਨ ਕੀਤਾ ਔਰ ਮੈਨੇਜ ਕੀਤਾ ਸੀਗਾ। ਉਹਦੇ ਕਰਕੇ ਹੀ ਪੰਜਾਬ ਦੇ ਸਰਕਾਰੀ ਸਕੂਲ, ਸਰਕਾਰੀ ਕਾਲਜ, ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਉਹ ਉਹਨਾਂ ਦਾ ਬਹੁਤ ਉੱਚਾ ਨਾਂ ਰਿਹਾ ਹੈਗਾ ਰਾਸ਼ਟਰੀ ਪੱਧਰ 'ਤੇ ਵੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ। ਇਹ ਜਦੋਂ ਦੀ 21ਵੀਂ ਸਦੀ ਸ਼ੁਰੂ ਹੋਈ ਆ ਉਦੋਂ ਦਾ ਪ੍ਰਾਈਵੇਟਾਈਜੇਸ਼ਨ ਦਾ ਦੌਰ ਜਿਹੜਾ ਉਹ ਬਹੁਤ ਵੱਧ ਗਿਆ, ਪ੍ਰਾਈਵੇਟ ਹੱਥਾਂ ਦੇ ਵਿੱਚ ਐਜੂਕੇਸ਼ਨ ਚਲੀ ਗਈ। ਪਰ ਇਹਦੇ ਬਾਵਜੂਦ ਵੀ ਅਜੇ ਵੀ ਜਿਹੜਾ ਪੰਜਾਬ ਦਾ ਸਰਕਾਰੀ ਸਿਸਟਮ ਹੈਗਾ ਐਜੂਕੇਸ਼ਨ ਦਾ, ਸਰਕਾਰੀ ਤੰਤਰ ਆ, ਉਹ ਕਈਆਂ ਗੱਲਾਂ ਦੇ ਵਿੱਚ ਪ੍ਰਾਈਵੇਟ ਜਿਹੜੇ ਅਦਾਰੇ ਆ ਉਹਨਾਂ ਨਾਲੋਂ ਬਿਹਤਰ ਆ। ਉਦਾਹਰਨ ਦੇ ਤੌਰ 'ਤੇ ਜੇ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲ ਜਿਹੜੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਅੰਮ੍ਰਿਤਸਰ ਦੇ ਮਾਲ ਰੋਡ ਦੇ ਸਕੂਲ ਨੂੰ ਲੈ ਸਕਦੇ ਆ, ਜਲੰਧਰ ਦੇ ਨਹਿਰੂ ਗਾਰਡਨ ਸਕੂਲ ਨੂੰ ਲੈ ਸਕਦੇ ਆ, ਜਾਂ ਜਿਹਨੂੰ ਜੂਨੀਅਰ ਮਾਡਲ ਸਕੂਲ ਤੇ ਸੀਨੀਅਰ ਮਾਡਲ ਸਕੂਲ ਕਹਿੰਦੇ ਆ ਉਹਨਾਂ ਨੂੰ ਲੈ ਸਕਦੇ ਆ। ਇਹਦੇ ਵਿੱਚ ਇੱਕ ਤਾਂ ਗਿੱਲ ਸਾਹਿਬ ਗੱਲ ਇਹ ਸਮਝ ਆਉਂਦੀ ਆ ਵੀ ਜਿਹੜਾ ਸਰਕਾਰੀ ਐਜੂਕੇਸ਼ਨ ਪ੍ਰਬੰਧ ਆ ਇਹਦੇ ਵਿੱਚ ਜਿਹੜੇ ਟੀਚਰ ਆ ਉਹ ਸਾਰੇ ਕੁਆਲੀਫਾਈਡ ਆ। ਇਹਨਾਂ ਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ, ਭਾਵੇਂ ਉਹ JBT ਸੀਗੀ ਜਾਂ ETT ਆ ਜਾਂ B.Ed ਵਗੈਰਾ, ਉਹ ਸਾਰੇ ਕੁਆਲੀਫਾਈਡ ਟੀਚਰ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਲਾਏ ਜਾਂਦੇ ਆ। ਜਦੋਂ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ, ਪ੍ਰਾਈਵੇਟ ਸਕੂਲ ਦੋ ਕਿਸਮ ਦੇ ਆ। ਇੱਕ ਤਾਂ ਹੈਗੇ ਆ ਏਡਡ ਸਕੂਲ ਜਿਨ੍ਹਾਂ ਨੂੰ ਸਰਕਾਰ ਦੀ ਗ੍ਰਾਂਟ ਮਿਲਦੀ ਆ, ਜਿਹੜੇ ਸਾਡੇ ਰਵਾਇਤੀ ਐਜੂਕੇਸ਼ਨ ਦਾ ਸਿਸਟਮ ਸੀਗਾ ਜਿਨ੍ਹਾਂ ਦੇ ਵਿੱਚ ਖਾਲਸਾ ਸਕੂਲ ਆਉਂਦੇ ਆ ਔਰ DAV ਸਕੂਲ ਆਉਂਦੇ ਆ ਜੀ। ਇਹ ਆਲਮੋਸਟ ਇਹਨਾਂ ਦਾ ਸਿਸਟਮ ਜਿਹੜਾ ਉਹ ਸਰਕਾਰੀ ਸਕੂਲਾਂ ਕਾਲਜਾਂ ਵਾਲਾ ਹੀ ਸੀਗਾ, ਜਿਹਦੇ ਵਿੱਚ ਇਹ ਸਰਕਾਰੀ ਗ੍ਰਾਂਟ ਮਿਲਦੀ ਔਰ ਜਿਹੜੀ ਟੀਚਰਾਂ ਦੀ ਕੁਆਲੀਫਿਕੇਸ਼ਨ ਆ ਉਹ ਵੀ ਸਕੂਲਾਂ ਦੇ ਵਿੱਚ ਜਿਹੜੀ ਆ ਉਹ ਸਕੂਲ ਸਿਸਟਮ ਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਮਿਥੀ ਆ ਉਹ, ਔਰ ਕਾਲਜਾਂ ਦੇ ਵਿੱਚ ਜਿਹੜੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਮਿਥਦਾ ਕੁਆਲੀਫਿਕੇਸ਼ਨ ਉਹ ਆਉਂਦੀ ਸੀਗੀ। ਜਦੋਂ ਕਿ ਜਿਹੜੇ ਹੁਣ ਪਿਓਰਲੀ ਪ੍ਰਾਈਵੇਟ ਸਕੂਲ ਖੁੱਲ੍ਹੇ ਆ ਜਿਨ੍ਹਾਂ ਨੂੰ ਤੁਸੀਂ ਟੀਚਿੰਗ ਸ਼ਾਪਸ ਵਗੈਰਾ ਕਹਿ ਸਕਦੇ ਆ, ਉਹਨਾਂ ਦੇ ਵਿੱਚ ਨੰਬਰ ਇੱਕ ਤਾਂ ਜਿਹੜਾ ਸਟਾਫ ਹੈਗਾ ਸਾਰਾ ਉਹ ਕੁਆਲੀਫਾਈਡ ਨਹੀਂ ਹੁੰਦਾ, ਅਨਕੁਆਲੀਫਾਈਡ ਟੀਚਰ ਵੀ ਰੱਖ ਲਏ ਜਾਂਦੇ ਆ।
ਔਰ ਉਹਨਾਂ ਆਲ ਕੁਆਲੀਫਾਈਡ ਟੀਚਰਾਂ ਨੂੰ ਤਨਖਾਹਾਂ ਵੀ ਜਿਹੜੀਆਂ ਹੈਗੀਆਂ ਉਹ ਮੈਨੇਜਮੈਂਟਾਂ ਕੋਈ ਬਹੁਤੀਆਂ ਨਹੀਂ ਦਿੰਦੀਆਂ ਹੈਗੀਆਂ। ਉਹਨਾਂ ਨੂੰ ਕਹਿ ਦਿੰਦੇ ਆ ਜੀ ਤੁਸੀਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਲਓ, ਹੋਰ ਵਗੈਰਾ ਵਗੈਰਾ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ। ਤੇ ਮੈਨੂੰ ਪਤਾ ਆ, ਮੈਂ ਕਾਲਜਾਂ 'ਚ ਪੜ੍ਹਾਇਆ ਔਰ ਸਕੂਲ ਐਜੂਕੇਸ਼ਨ ਦੀ ਵੀ ਮੈਨੂੰ ਕੋਈ ਸਮਝ ਹੈਗੀ ਆ। ਕਾਲਜਾਂ ਦੇ ਵਿੱਚ ਅੱਜ ਵੀ ਜਿਹੜੇ ਗਵਰਨਮੈਂਟ ਕਾਲਜ ਨੇ ਪੰਜਾਬ ਦੇ, ਜਿਨ੍ਹਾਂ ਵਿੱਚ ਕੁੜੀਆਂ ਦਾ ਕਾਲਜ ਗਵਰਨਮੈਂਟ ਦਾ ਅੰਮ੍ਰਿਤਸਰ ਦਾ, ਗਵਰਨਮੈਂਟ ਕਾਲਜ ਹੁਸ਼ਿਆਰਪੁਰ ਦਾ, ਲੁਧਿਆਣੇ ਦੇ, ਦੋਨੇ ਹੀ ਕੁੜੀਆਂ ਦਾ ਤੇ ਮੁੰਡਿਆਂ ਦਾ ਜਿਹੜੇ ਗਵਰਨਮੈਂਟ ਕਾਲਜ ਨੇ। ਇਸੇ ਤਰ੍ਹਾਂ ਜਿਹੜਾ ਰਣਧੀਰ ਕਾਲਜ ਕਪੂਰਥਲਾ ਜਾਂ ਰਜਿੰਦਰਾ ਕਾਲਜ ਬਠਿੰਡਾ ਆ, ਰਣਬੀਰ ਕਾਲਜ ਸੰਗਰੂਰ ਆ, ਤੇ ਪਟਿਆਲੇ ਦੇ ਜਿਹੜੇ ਕਾਲਜ ਨੇ ਜਿਨ੍ਹਾਂ ਦੇ ਵਿੱਚ ਮਹਿੰਦਰਾ ਕਾਲਜ ਆ, ਕੁੜੀਆਂ ਦਾ ਕਾਲਜ ਆ, ਵਿਕਰਮ ਕਾਲਜ ਆਫ ਕਾਮਰਸ ਆ, ਸਟੇਟ ਐਜੂਕੇਸ਼ਨ ਕਾਲਜ ਆ, ਸਟੇਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਆ, ਇਹ ਸਾਰੇ ਦੇ ਸਾਰੇ ਜਿਹੜੇ ਆ ਅੱਜ ਵੀ ਸਭ ਤੋਂ ਪਹਿਲਾਂ ਵਿਦਿਆਰਥੀ ਜਿਹੜੇ ਆ ਉਹ ਇਹਨਾਂ ਅਦਾਰਿਆਂ ਦੇ ਵਿੱਚ ਦਾਖਲ ਹੋਣ ਜਾਂਦੇ ਆ, ਔਰ ਜਿਹੜੇ ਨਹੀਂ ਦਾਖਲਾ ਲੈ ਸਕਦੇ ਉਹ ਹੋਰ ਕਿਸੇ ਕਾਲਜ ਦੇ ਵਿੱਚ ਜਾਂਦੇ ਆ। ਸੋ ਇਸ ਤਰੀਕੇ ਨਾਲ ਸਕੂਲ ਐਜੂਕੇਸ਼ਨ ਦੇ ਵਿੱਚ ਇੱਕ IAS ਅਫਸਰ ਜਿਹੜਾ ਹੈਗਾ ਉਹਦਾ ਬੜਾ ਨਾਂ ਆ ਕਿ ਉਹਨੇ ਕਾਫੀ ਸੁਧਾਰ ਕਰਨ ਦੇ ਯਤਨ ਕੀਤੇ ਆ, ਸੁਧਾਰ ਕੀਤੇ ਵੀ ਆ। ਉਹਦਾ ਨਾਂ ਹੈਗਾ ਕ੍ਰਿਸ਼ਨ ਕੁਮਾਰ। ਹਾਂਜੀ ਹਾਂਜੀ। ਸੋ ਮੈਨੂੰ ਲੱਗਦਾ ਇਹ ਆ ਬਈ ਕਿ ਅਸੀਂ ਜਦੋਂ ਮਿਣਦੇ ਆ ਮਿਆਰ ਪੰਜਾਬ ਦੇ ਸਰਕਾਰੀ ਐਜੂਕੇਸ਼ਨ ਸਿਸਟਮ ਦਾ, ਤਾਂ ਅਸੀਂ ਉਸ ਨਾਲ ਮਿਆਰ ਨਾਲ ਮਿਲਦੇ ਆ ਜੋ ਸਾਡੇ ਵੇਲੇ ਸੀਗਾ ਜਾਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹੈਗਾ। ਹੁਣ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੀ, ਕਿਉਂਕਿ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਦੌਰ ਆ ਉਹ ਸਾਰੇ ਇੰਡੀਆ 'ਚ ਚੱਲਿਆ ਹੈਗਾ। ਸੋ ਮੈਨੂੰ ਲੱਗਦਾ ਇਹ ਆ ਕਿ ਇਹਨਾਂ ਜਿਹੜੇ ਇਹ ਕਾਰਨ ਹੈਗੇ ਆ, ਉਹਨਾਂ ਕਰਕੇ ਜਿਹੜੀ ਪੰਜਾਬ ਦਾ ਸਰਕਾਰੀ ਐਜੂਕੇਸ਼ਨ ਸਿਸਟਮ ਤੁਸੀਂ ਦੱਸਿਆ ਕਿ ਟੌਪ ਦੇ ਉੱਤੇ ਆਉਂਦਾ ਹੈਗਾ, ਇਹਦੇ ਮੈਨੂੰ ਕਾਰਨ ਇਹ ਲੱਗਦੇ ਆ। ਔਰ ਇਹਦੇ ਵਿੱਚ ਜਿਹੜਾ ਬਹੁਤ ਸਾਰਾ ਹਿੱਸਾ ਆ ਉਹ ਇੱਕ ਸਮਝ ਲਓ ਵੀ ਜਿਹੜੀ ਤੁਹਾਡੇ ਕੋਲ ਹੁੰਦੀ ਆ ਨਾ ਇੱਕ ਰਵਾਇਤ, ਉਹ ਰਵਾਇਤ ਜਿਹੜੀ ਆ ਉਹ ਟੁੱਟਦਿਆਂ ਵੀ ਕਾਫੀ ਦੇਰ ਲੱਗਦੀ ਆ। ਇੱਕ ਸਾਡੇ ਪਿੰਡਾਂ ਵੱਲ ਮੁਹਾਵਰਾ ਵਰਤਦੇ ਆ ਗਿੱਲ ਸਾਹਿਬ, ਹਾਂਜੀ ਹਾਂਜੀ, ਗੁਰਦਾਸਪੁਰ ਦੇ ਲਾਗੇ ਨਾ ਇੱਕ ਪਿੰਡ ਆ ਪਨਿਆੜ, ਹਾਂਜੀ, ਜਿੱਥੇ ਸ਼ੂਗਰ ਮਿਲ ਹੈ ਕਾਫੀ ਜੀ। ਵੱਡਾ ਆ, ਉੱਥੇ ਅੱਜ ਕੱਲ ਖੰਡ ਮਿਲ ਵੀ ਆ। ਹਾਂਜੀ ਹਾਂਜੀ, ਕਾਫੀ ਵੱਡਾ ਪਿੰਡ ਆ। ਤੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਜੇ ਪਨਿਆੜ ਢੱਠ ਵੀ ਜਾਏਗਾ ਨਾ ਤਾਂ ਜਿਹੜੇ ਸਧਾਰਨ ਪਿੰਡ ਆ ਉਹਨਾਂ ਜਿੱਡਾ ਤੇ ਉਹਨੇ ਰਹਿ ਹੀ ਜਾਣਾ ਆ। ਹਾਂਜੀ। ਸੋ ਮੈਨੂੰ ਫੀਲ ਹੁੰਦਾ ਬਈ ਭਾਵੇਂ ਕਿ ਸਰਕਾਰੀ ਐਜੂਕੇਸ਼ਨ ਨੂੰ ਪੰਜਾਬ ਦੇ ਵਿੱਚ ਵੀ ਬਹੁਤ ਢਾਹ ਲੱਗੀ ਆ, ਪਰ ਕਿਉਂਕਿ ਇਹ ਮਜ਼ਬੂਤ ਰਿਹਾ ਹੈਗਾ ਬਹੁਤ, ਸੋ ਜਿਹੜੀ ਢਾਹ ਲੱਗੀ ਆ ਉਹ ਢਾਹ ਲੱਗਦੀ ਵੀ ਇਹ ਜਿਹੜੀ ਆ ਆਪਣੀ ਸਾਖ ਉਹ ਕਾਇਮ ਰੱਖ ਸਕਿਆ, ਮੈਨੂੰ ਇਦਾਂ ਲੱਗਦਾ। ਯਾਨੀ ਕਿ ਤੁਸੀਂ ਉਸ ਰਿਪੋਰਟ ਨਾਲ ਕਿਤੇ ਨਾ ਕਿਤੇ ਸਹਿਮਤੀ ਪ੍ਰਗਟ ਕਰ ਰਹੇ ਹੋ ਕਿ ਜਿਹੜੀ ਐਜੂਕੇਸ਼ਨ ਆ ਅਜੇ ਵੀ ਪੰਜਾਬ ਦੀ, ਮੈਂ ਖਬਰ ਵੇਖਦਾ ਵਾਕਿਆ ਹੁਣੇ ਦੇਖੀ ਆ, ਕੱਲੀ ਮੈਨੇਜਮੈਂਟ ਨਹੀਂ ਪ੍ਰੋਫੈਸਰ ਸਾਹਿਬ, ਆਪਣੇ ਕੈਪਟਨ ਸਾਹਿਬ ਨੇ ਵਧਾਈ ਦਿੱਤੀ ਆ, ਜਿਹੜਾ ਐਜੂਕੇਸ਼ਨ ਮਿਨਿਸਟਰ ਆ ਸਿੰਗਲਾ, ਵਿਜੇਂਦਰ ਸਿੰਗਲਾ ਹਰੀ, ਕਹਿ ਰਿਹਾ ਕਿ ਮਤਲਬ ਪਹਿਲੇ ਨੰਬਰ ਤੇ ਹਰ ਪੱਖ ਤੋਂ 70 ਤਰ੍ਹਾਂ ਦੇ ਉਹਨਾਂ ਨੇ ਇਹਦੇ ਵਿੱਚ ਸਿਸਟਮ ਨੂੰ ਚੈੱਕ ਕਰਨ ਲਈ ਬਣਾਏ ਸੀ ਫਾਰਮੈਟ, ਉਹਨਾਂ ਸਾਰਿਆਂ ਚੋਂ ਪੰਜਾਬ ਟੌਪ ਕਰ ਰਿਹਾ ਔਰ ਪੰਜਾਬ ਭਾਰਤ ਵਿੱਚੋਂ ਟੌਪ ਕੀਤਾ ਦਿਖਾ ਰਿਹਾ ਜੀ। ਔਰ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਟੀਚਰ ਨੇ ਵੈਲ ਕੁਆਲੀਫਾਈਡ ਨੇ ਜਾਂ ਫਿਰ ਉਹ ਉਹਨਾਂ ਦੇ ਸਕੇਲ ਵਗੈਰਾ ਅੱਛੇ 'ਚ ਕੋਈ ਦੋ ਰਾਵਾਂ ਨਹੀਂ ਹੈ, ਪਰ ਜਿਹੜਾ ਸਿਸਟਮ ਹੈ ਪੜ੍ਹਾਈ ਲਿਖਾਈ ਦਾ, ਜਿਸ ਤਰੀਕੇ ਨਾਲ ਕਲਾਸਾਂ ਲੱਗਦੀਆਂ ਰਹੀਆਂ, ਹੁਣ ਤੇ ਖੈਰ ਆਨਲਾਈਨ ਕਲਾਸਾਂ ਕਰਕੇ ਹੋਰ ਵੀ ਕੰਮ ਖਰਾਬ ਹੋ ਗਿਆ, ਕਿਉਂਕਿ ਪਿੰਡੂ ਜਿਹੜਾ ਭਾਈਚਾਰਾ ਵਾ ਉਹਨਾਂ ਦੇ ਬੱਚਿਆਂ ਕੋਲ, ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਘੱਟੋ ਘੱਟ ਪੜ੍ਹਦੇ ਆ, ਉਹਨਾਂ ਕੋਲ ਤਾਂ ਇੰਟਰਨੈਟ ਦੀ ਕੋਈ ਸੁਵਿਧਾ ਹੋਣ ਦੀ ਕੋਈ ਗਰੰਟੀ ਹੈ ਹੀ ਨਹੀਂ ਆ, ਕਿਉਂਕਿ ਉੱਥੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਕਰੀਮੀ ਲੇਅਰ ਆ, ਭਾਵੇਂ ਉਹ 1.5 ਕਿੱਲੇ ਦਾ ਵੀ ਮਾਲਕ ਹੋਵੇ, ਉਹਦਾ ਬੱਚਾ ਉਹ ਸਕੂਲ 'ਚ ਜਾਂਦਾ ਹੋਵੇ। ਹਾਂ, ਮੈਨੂੰ ਇਹ ਜ਼ਰੂਰ ਪਤਾ ਜਦੋਂ ਬੋਰਡ ਦੇ ਪੇਪਰ ਆਉਂਦੇ 8ਵੀਂ ਤੇ 10ਵੀਂ ਦੇ, ਉਹਨਾਂ ਦਿਨਾਂ 'ਚ ਬੱਚਿਆਂ ਦੇ ਪੇਪਰ ਜ਼ਰੂਰ ਬੋਰਡ ਦੇ ਦਵਾ ਲਏ ਜਾਂਦੇ ਆ ਕਿਸੇ ਨਾ ਕਿਸੇ ਤਰੀਕੇ, ਕਿਉਂਕਿ ਇਹਦੇ ਵਿੱਚ ਵੀ ਜ਼ਿਆਦਾਤਰ ਜਿਹੜੇ ਟੀਚਰਸ ਨੇ ਉਹ ਆਪਣੇ ਬੱਚਿਆਂ ਨੂੰ ਵੱਧ ਗ੍ਰੇਡ ਲੈਣ ਦੇ ਚੱਕਰ 'ਚ ਇਹਨਾਂ ਸਕੂਲਾਂ 'ਚ ਐਗਜ਼ਾਮ ਦਿਵਾਉਂਦੇ ਨੇ। ਮੈਨੂੰ ਪਤਾ ਹੈ, ਇਸ ਚੀਜ਼ ਦਾ ਐਕਸਪੀਰੀਅੰਸ ਅਸੀਂ ਲੰਬੇ ਸਮੇਂ ਤੋਂ ਕਰਦੇ ਆਏ ਹਾਂ। ਪਰ ਜਿਹੜਾ ਘੱਟੋ ਘੱਟ
ਹੈਗਾ ਸਿਸਟਮ ਇਹ ਕਿ ਐਜੂਕੇਸ਼ਨ ਦਾ ਮਿਆਰ ਉੱਥੇ ਬਹੁਤ ਵਧੀਆ, ਮੈਨੂੰ ਉੱਤੇ ਪੂਰਾ ਡਾਊਟ ਹੈ। ਇਹਦੇ ਚ ਗਿੱਲ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਾਂ ਭਈ ਤੁਸੀਂ ਜਦੋਂ ਗੱਲ ਕਰਦੇ ਜੇ ਨਾ ਮਿਆਰ ਦੀ, ਤਾਂ ਤੁਸੀਂ ਆਈਡੀਅਲ ਐਜੂਕੇਸ਼ਨ ਸਿਸਟਮ ਜਿਹੜਾ ਉਹਦੀ ਗੱਲ ਕਰਦੇ ਆ, ਤੇ ਮੈਂ ਵੀ ਸਹਿਮਤ ਹਾਂ ਤੁਹਾਡੇ ਨਾਲ ਵੀ ਉਹਦੀ ਗੱਲ ਹੀ ਕਰਨੀ ਚਾਹੀਦੀ ਆ ਕਿ ਜਿਹੜਾ ਇੱਕ ਆਦਰਸ਼ਕ ਸਿੱਖਿਆ ਪ੍ਰਬੰਧ ਆ ਉਹ ਹੋਣਾ ਚਾਹੀਦਾ ਆ। ਪਰ ਮੈਂ ਜਿੱਦਾਂ ਬੇਨਤੀ ਕੀਤੀ ਆ ਉਹ ਇਹ ਆ ਭਈ ਜਿਹੜੀ ਪ੍ਰਵੇਲਿੰਗ ਸਿਚੁਏਸ਼ਨ ਹੈਗੀ ਆ, ਜਿਹੜੀ ਸਾਰੀਆਂ ਸਟੇਟਾਂ ਦੀ ਇਸ ਵੇਲੇ ਦੀ ਸਥਿਤੀ ਆ, ਉਹਦੇ ਵਿੱਚ ਇਹ ਪੋਸੀਬਿਲਿਟੀ ਹੈਗੀ ਆ ਕਿ ਪੰਜਾਬ ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਆਇਆ ਹੋਵੇ, ਕਿਉਂਕਿ 70 ਕਿਸਮ ਦੇ ਉਹਨਾਂ ਨੇ ਕ੍ਰਾਈਟੇਰੀਆ ਜਿਹੜੇ ਆ ਉਹ ਲਾਏ ਆ। ਤਾਂ ਉਹਦੇ ਚ ਮੈਨੂੰ ਇਹੀ ਲੱਗਦਾ ਹੈਗਾ ਆ ਭਈ ਜਿਹੜਾ ਐਜੂਕੇਸ਼ਨ ਸਿਸਟਮ ਪੰਜਾਬ ਦਾ ਉੱਚੇ ਮਿਆਰ ਦਾ, ਉਹ ਤੁਹਾਨੂੰ ਮੈਂ ਦੱਸਿਆ ਵੀ ਉਹਨੂੰ ਜੇ ਖੋਰਾ ਵੀ ਲਾਇਆ ਗਿਆ ਤਾਂ ਹੌਲੀ ਹੌਲੀ ਉਹ ਖੁਰਿਆ ਜਾਂ ਖੁਰੇਗਾ ਜਾਂ ਖੁਰਦਾ ਆ। ਸੋ ਇਸ ਕਰਕੇ ਜਿੱਥੋਂ ਤੱਕ ਤਾਂ ਤੁਸੀਂ ਇੱਕ ਆਦਰਸ਼ਕ ਸਿਸਟਮ ਦੀ ਗੱਲ ਕਰਦੇ ਹੋ, ਉਹਦੇ ਚ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਬਈ ਜਦੋਂ ਪੰਜਾਬ ਦੇ ਵਿੱਚ ਇੰਨੇ ਅਸੀਂ ਸਾਰੀਆਂ ਕਮੀਆਂ ਦੇਖਦੇ ਹਾਂ ਤਾਂ ਇਹ ਪਹਿਲੇ ਨੰਬਰ ਤੇ ਕਿਵੇਂ ਆ ਸਕਦਾ। ਪਰ ਦੂਜੇ ਨੰਬਰ ਤੇ ਮੈਂ ਕਹਿੰਦਾ ਵੀ ਜੋ ਸਥਿਤੀ ਆ ਭਾਰਤ ਦੇ ਵਿੱਚ ਸਟੇਟਾਂ ਦੀ ਐਜੂਕੇਸ਼ਨ ਦੀ, ਉਹਨਾਂ ਦੇ ਵਿੱਚ ਇਹਦੇ ਬਿਹਤਰ ਹੋਣ ਦੀ ਸੰਭਾਵਨਾ ਜ਼ਰੂਰ ਹੋ ਸਕਦੀ ਆ। ਜੀ ਪ੍ਰੋਫੈਸਰ ਸਾਹਿਬ, ਵੈਸੇ ਜਿਹੜੇ ਸਾਡੇ ਸਮਿਆਂ ਦੀ ਵੀ ਗੱਲ ਕਰੀਏ, ਸਾਡੇ ਤੋਂ ਪਹਿਲੇ ਸਮਿਆਂ ਦੀ ਵੀ ਗੱਲ ਕਰੀਏ, ਮੈਂ ਇਸ ਗੱਲ ਨੂੰ ਮੰਨਦਾ ਹਾਂ। ਮੈਂ ਆਪਣੇ ਪਰਿਵਾਰ ਦੀ ਜੇ ਤੁਹਾਨੂੰ ਮਿਸਾਲ ਦੇਵਾਂ ਤੇ ਸਰਕਾਰੀ ਸਕੂਲਾਂ 'ਚ ਪੜ੍ਹਨ ਤੋਂ ਬਾਅਦ ਮੇਰੇ ਪਰਿਵਾਰ ਦੇ ਘੱਟੋ ਘੱਟ 3 ਵਿਅਕਤੀ ਜਿਹੜੇ ਆ ਉਹ ਇੱਕ ਇੰਜੀਨੀਅਰਿੰਗ ਕਰਕੇ, ਮੇਰੇ ਪਿੰਡ 'ਚ ਪਹਿਲਾ ਇੰਜੀਨੀਅਰ ਸੀਗੇ, ਉਹਨਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਕੀਤੀ। ਮੇਰਾ ਕਜ਼ਨ ਚਾਚਾ ਜੀ ਦਾ ਬੇਟਾ ਬਾਅਦ 'ਚ ਉਹਨਾਂ ਆਰਮੀ ਜੁਆਇਨ ਕੀਤੀ, ਅਫਸਰ ਬਣੇ। ਤੇ 2 ਵਿਅਕਤੀ ਹੋਰ ਜਿਹੜੇ ਰੂਰਲ ਐਜੂਕੇਸ਼ਨ 'ਚ ਮੇਰੇ ਪਰਿਵਾਰ ਦੇ ਮੇਰੇ ਪਿੰਡ ਦੇ ਸਕੂਲ 'ਚ ਪੜ੍ਹ ਕੇ ਉਹ ਹਾਈਐਸਟ ਪੋਸਟਾਂ 'ਤੇ ਪਹੁੰਚੇ। ਖੈਰ ਆਪਾਂ ਵੀ ਉੱਥੋਂ ਹੀ ਆਏ ਆ। ਤਾਂ ਮੇਰੇ ਵਰਗਾ ਬੰਦਾ ਤੇ ਬਿਲਕੁਲ ਮਿਡਿਓਕਰ ਜਾਂ ਕਮਜ਼ੋਰ ਸਟੂਡੈਂਟ ਮੈਂ ਕਹਿੰਦਾ ਆਪਣੇ ਆਪ ਨੂੰ ਹੁੰਦਾ ਸੀਗਾ, ਤੇ ਅਸੀਂ ਵੀ ਰਿੜ ਖਿੜ ਕੇ ਇੰਜੀਨੀਅਰਿੰਗ ਕੀਤੀ ਜਾਂ ਪਹੁੰਚੇ ਉਹਨਾਂ ਜਗ੍ਹਾ ਦੇ ਉੱਤੇ। ਪਰ ਮੈਂ ਦੇਖਦਾ ਹਾਂ ਕਿ ਮੇਰੇ ਵੇਲਿਆਂ ਦੇ ਵਿੱਚ ਵੀ ਜਿਸ ਤਰੀਕੇ ਨਾਲ ਬੱਚਿਆਂ ਨੂੰ ਸਿਫਾਰਸ਼ਾਂ ਨਾਲ ਪਾਸ ਕੀਤਾ ਜਾਂਦਾ ਸੀ, ਰੈਤੀ ਪਾਸ ਕੀਤਾ ਜਾਂਦਾ ਸੀ, ਜਾਂ ਜੇ ਕੋਈ ਬੱਚਾ ਫੇਲ ਹੋ ਜਾਂਦਾ ਸੀ ਤੇ ਵੱਡੇ ਜਾ ਕੇ ਸਕੂਲ ਟੀਚਰਾਂ ਨੂੰ ਕਹਿੰਦੇ ਸੀ ਵੀ ਮੇਰੇ ਬੇਟੇ ਨੂੰ ਐਰਕੀ ਪ੍ਰਮੋਟ ਕਰ ਦਿਓ, ਅਸੀਂ ਕੋਸ਼ਿਸ਼ ਕਰਾਂਗੇ। ਮੈਨੂੰ ਯਾਦ ਹੈ ਮੇਰਾ ਭਰਾ ਪੜ੍ਹਦਾ ਸੀ 6ਵੀਂ 'ਚ ਤੇ ਉਹ ਫੇਲ ਹੋ ਗਿਆ, ਤੇ ਮੈਂ ਥੋੜ੍ਹਾ ਜਿਹਾ ਉਤੋਂ ਵੱਡਾ 2.5 ਸਾਲ ਹੀ, ਤੇ ਮੈਂ ਹਾਈ ਸਕੂਲ 'ਚ ਪੜ੍ਹਦਾ ਸੀ। ਮੈਂ ਉੱਥੇ ਜਾ ਕੇ ਤੇ ਟੀਚਰ ਉਹਦੇ ਨਾਲ ਸਕੂਲ ਦੇ ਨਾਲ ਗੱਲ ਕੀਤੀ, ਉਹ ਕਹਿੰਦਾ ਮੈਨੂੰ ਬੜਾ ਚੰਗਾ ਲੱਗਿਆ ਤੂੰ ਆਇਆ ਆਪਣੇ ਭਰਾ ਦੀ ਮਦਦ ਕਰਨ, ਪਰ ਉਹਨੂੰ ਬੁਲਾ ਕੇ ਕਹਿ ਕੇ ਆਪਣੇ ਡੈਡੀ ਦਾ ਤੇ ਆਪਣਾ ਨਾਂ ਪੰਜਾਬੀ 'ਚ ਲਿਖ ਦੇਵੇ ਤੇ ਮੈਂ ਉਹਨੂੰ ਪ੍ਰਮੋਟ ਕਰ ਦੇਣਾ। ਸੱਚੀ ਹਾਲਾਤ ਇਹ ਸੀ ਕਿ 6ਵੀਂ ਦੇ ਬੱਚੇ ਕੋਲ ਨਾਂ ਪੰਜਾਬੀ 'ਚ ਸਪੈਲਿੰਗ ਨਹੀਂ ਸੀ ਲਿਖੇ ਗਏ, ਤੇ ਹਾਲਾਤ ਤੇ ਇਸ ਲੈਵਲ ਤੇ ਸੀ। ਜਿਹੜਾ ਇੰਗਲਿਸ਼ ਦੀ ਪੜ੍ਹਾਈ ਖਾਸ ਕਰਕੇ, ਇੰਗਲਿਸ਼ 'ਚ ਅਸੀਂ ਲੋਕ ਹਮੇਸ਼ਾ ਮਾਰ ਖਾਂਦੇ ਰਹੇ, ਹੁਣ ਤੱਕ ਖਾਂਦੇ ਆ, ਉਹਨਾਂ ਦੇ ਬਰਾਬਰ ਨਹੀਂ ਖੜਦੇ। ਆਪਾਂ ਆਪਣੇ ਆਪ ਨੂੰ ਵੇਖ ਲਈਏ ਪ੍ਰੋਫੈਸਰ ਸਾਹਿਬ, ਜੋ ਮਰਜ਼ੀ ਆ, ਅਸੀਂ ਜੋ ਕੁਝ ਮਿਹਨਤ ਨਾਲ ਸਿੱਖਿਆ ਕਰਿਆ, ਇੰਗਲਿਸ਼ ਮੀਡੀਅਮ 'ਚ ਆ ਕੇ ਪੜ੍ਹੇ ਵੀ ਆ, ਇੰਜੀਨੀਅਰਿੰਗ ਵੀ ਇੰਗਲਿਸ਼ ਦੇ ਪੇਪਰ ਦੇ ਕੇ ਕੀਤੀ ਆ, ਪਰ ਸਾਡਾ ਇੰਗਲਿਸ਼ ਦਾ ਸਟੈਂਡਰਡ, ਵੋਕੈਬਲਰੀ, ਸਾਡੀ ਗ੍ਰਾਮਰ ਉਸ ਪੱਧਰ ਦੀ ਨਹੀਂ ਆ ਕਿ ਅਸੀਂ ਫਲੂਐਂਟਲੀ ਇੰਗਲਿਸ਼ ਨੂੰ ਜਿਹੜਾ ਅਪਣਾ ਸਕੀਏ ਆਪਣੇ ਜੀਵਨ 'ਚ। ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? ਤੁਸੀਂ ਬਿਲਕੁਲ ਠੀਕ ਕਿਹਾ ਜੀ, ਪਰ ਦੂਜੇ ਬੰਨੇ ਇਹ ਆ ਕਿ ਜਿੱਦਾਂ ਤੁਸੀਂ ਆਪਣੀ ਨਿੱਜੀ ਐਗਜ਼ਾਮਪਲ ਦਿੱਤੀ ਆ ਆਪਣੇ ਪਿੰਡ ਦੀ, ਆਪਣੇ ਭਰਾ ਦੀ, ਆਪਣੇ ਹੋਰ ਭਰਾਵਾਂ ਦੀ ਜਿਹੜੇ ਮੁੜ ਕੇ ਡਿਗਰੀਆਂ ਵੀ ਹਾਸਲ ਕਰ ਗਏ, ਇਸੇ ਤਰ੍ਹਾਂ ਮੈਂ ਵੀ ਇਸ ਗੱਲ ਦੀ ਖੁੱਲ੍ਹ ਲੈਣੀ ਚਾਹੁੰਦਾ ਕਿ ਮੈਂ ਵੀ ਆਪਣੇ ਪ੍ਰਾਇਮਰੀ ਸਕੂਲ, ਮਿਡਲ ਸਕੂਲ ਤੇ ਹਾਈ ਸਕੂਲ ਦੀ ਗੱਲ ਕਰਾਂ। ਮੈਂ ਜਿਹੜੇ ਪ੍ਰਾਇਮਰੀ ਸਕੂਲ 'ਚ ਪੜ੍ਹਿਆ, ਉਸ ਸਕੂਲ ਦੇ ਵਿੱਚ ਮੇਰੇ ਮੁੱਖ ਅਧਿਆਪਕ ਨੇ, ਜਦੋਂ ਮੈਂ ਮਿਡਲ ਸਕੂਲ ਦੇ ਵਿੱਚ ਗਿਆ ਤਾਂ ਮਿਡਲ ਸਕੂਲ ਦੇ ਹੈੱਡ ਮਾਸਟਰ ਨੂੰ ਇੱਕ ਖਤ ਲਿਖਿਆ ਮੇਰੇ ਬਾਰੇ, ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਰਗੀ ਵੀ ਗੱਲ ਸਮਝ ਲਓ। ਤੇ ਉਹਨੇ ਮੇਰਾ ਜਿਹੜਾ 5ਵੀਂ ਦਾ ਰਿਜ਼ਲਟ ਸੀਗਾ ਉਹ ਵੀ ਲਿਖ ਕੇ ਭੇਜਿਆ ਵੀ ਇਹਦੇ ਮੈਥੇਮੈਟਿਕਸ 'ਚੋਂ ਪੂਰੇ ਦੇ ਪੂਰੇ ਨੰਬਰ ਆ, ਬਾਕੀਆਂ ਦੇ ਕਿੰਨੇ ਕਿੰਨੇ ਹੈਗੇ ਆ। ਤੇ ਇਹ ਸਕੂਲ ਪੀਟੀ ਦਾ ਲੀਡਰ ਸੀਗਾ, ਇਹ ਕਵਿਤਾ ਵੀ ਲਿਖ ਲੈਂਦਾ, ਕਵਿਤਾ ਬੋਲ ਵੀ ਲੈਂਦਾ, ਇਹ ਭਾਸ਼ਣ ਮੁਕਾਬਲਿਆਂ 'ਚ ਵੀ ਜਾ ਆਉਂਦਾ ਆ, ਵਗੈਰਾ ਵਗੈਰਾ। ਮਿਡਲ ਸਕੂਲ ਦੇ ਮੇਰੇ ਹੈਡ ਮਾਸਟਰ ਨੂੰ ਉਹਨੇ ਲਿਖਿਆ। ਤੇ ਜਿਹੜੇ ਮਿਡਲ ਸਕੂਲ ਦੇ ਵਿੱਚ ਮੈਂ ਪੜ੍ਹਿਆ, ਉਹਦੇ ਵਿੱਚ 6ਵੀਂ ਜਮਾਤ ਦੇ ਵਿੱਚ ਜਿਹੜੇ ਸਾਡੇ ਟੀਚਰ ਸੀਗੇ, ਮੈਂ ਉਹਨਾਂ ਅੱਗੇ ਸਿਰ ਝੁਕਾਉਣਾ ਅਜੇ ਵੀ, ਉਹਨਾਂ ਦਾ ਨਾਂ ਸੀਗਾ ਚਰਨਜੀਤ ਸਿੰਘ ਬੇਦੀ। ਉਹ ਡੇਰਾ ਬਾਬਾ ਨਾਨਕ ਨੂੰ ਬਿਲੋਂਗ ਕਰਦੇ ਸੀਗੇ।
ਤੇ ਉਹਨਾਂ ਨੇ ਸਾਨੂੰ 6ਵੀਂ ਦੇ ਵਿੱਚ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ ਗਿੱਲ ਸਾਹਿਬ। ਤੇ 4 ਲਕੀਰੀ ਕਾਪੀ ਦੇ ਉੱਤੇ ਜੀ ਦੀ ਨਿਬ ਨਾਲ, ਇੱਥੋਂ ਵਾਲੀ ਜੀ ਨਹੀਂ, ਜ਼ੈਡ ਵਾਲੀ ਨਹੀਂ, ਜਿਹੜੀ ਦੂਜੀ ਆ ਜੀ, ਹਾਂਜੀ ਜੀ ਦੀ ਨਿਬ ਨਾਲ ਸਾਨੂੰ ਉਹਨਾਂ ਨੇ ABC ਸਿਖਾਈ। ਫਿਰ ABC ਜੋੜਨੀ ਕਿੱਦਾਂ ਹੈਗੀ ਆ, A ਤੋਂ ਲੈ ਕੇ Z ਤੱਕ ਬਿਨਾਂ ਨਿਬ ਚੁੱਕਿਆਂ ਤੁਸੀਂ ਕਿੱਦਾਂ ਸਾਰੇ ਅੱਖਰ ਪਾਉਣੇ ਆ, ਇਹ ਸਾਰੇ ਉਹਨਾਂ ਨੇ ਸਾਨੂੰ ਸਿਖਾਏ। ਔਰ ਉਸ ਤੋਂ ਬਾਅਦ ਸਾਨੂੰ ਜਿਹੜੇ ਟੀਚਰ ਆ ਉਹ ਸਾਰੇ ਚੰਗੇ ਹੀ ਮਿਲਦੇ ਰਹੇ। ਔਰ ਮੈਂ ਅੱਜ ਵੀ ਪ੍ਰਾਊਡਲੀ ਮਹਿਸੂਸ ਕਰਦਾ ਆ, ਇੱਥੋਂ ਤੱਕ ਕਿ ਮੈਂ ਜਦੋਂ ਸਪੋਰਟਸ ਕਾਲਜ 'ਚ ਪੜ੍ਹਾਉਂਦਾ ਸੀਗਾ ਗਿੱਲ ਸਾਹਿਬ, ਬਸ 1 ਮਿੰਟ 'ਚ ਹੀ ਮੈਂ ਗੱਲ ਮੁਕਾ ਦੇਣੀ ਆ, ਤਾਂ ਉੱਥੇ ਮੇਰੀ ਪ੍ਰਿੰਸੀਪਲ ਵੀ ਮੇਰੀ ਅੰਗਰੇਜ਼ੀ ਦੀ ਟੀਚਰ ਸੀਗੀ, ਔਰ ਜਿਹੜੀ ਨੈਕਸਟ ਸੀਗੀ ਡਿਪਾਰਟਮੈਂਟ ਦੇ ਵਿੱਚ ਉਹ ਵੀ ਇੰਗਲਿਸ਼ ਦੀ ਟੀਚਰ ਸੀ, ਦੋਨੇ ਇੰਗਲਿਸ਼ ਦੀਆਂ ਟੀਚਰ। ਤੇ ਉਹਨਾਂ ਨੇ ਇੱਕ ਡਰਾਫਟ ਕੀਤੀ ਸੀਗੀ ਚਿੱਠੀ ਗਵਰਨਮੈਂਟ ਆਫ ਇੰਡੀਆ ਨੂੰ, ਮਿਨਿਸਟਰੀ ਆਫ ਐਜੂਕੇਸ਼ਨ ਨੂੰ ਉਹਨਾਂ ਨੇ ਚਿੱਠੀ ਲਿਖੀ। ਤੇ ਮੈਨੂੰ ਉਹ ਕਹਿੰਦੇ ਵੀ ਤੂੰ ਨਿਗਾਹ ਮਾਰ। ਮੈਂ ਕਿਹਾ ਜੀ ਤੁਸੀਂ ਦੋਨੇ ਹੀ ਅੰਗਰੇਜ਼ੀ ਦੇ ਆ ਤੇ ਮੈਂ ਤਾਂ ਪੰਜਾਬੀ ਦਾ ਬੰਦਾ ਆ, ਤੇ ਮੇਰੇ ਨਿਗਾਹ ਮਾਰਨ ਦੀ ਤਾਂ ਕੋਈ ਲੋੜ ਹੀ ਨਹੀਂ ਲੱਗਦੀ, ਤੁਸੀਂ ਨਹੀਂ। ਕਹਿੰਦੇ ਜੀ ਫਿਰ ਵੀ ਤੁਸੀਂ ਦੇਖੋ। ਤੇ ਉਹ ਦੋਨੇ ਹੀ ਜਿਹੜੀਆਂ ਟੀਚਰ ਸੀਗੀਆਂ ਉਹਨਾਂ ਦੀ ਬੈਕਗਰਾਉਂਡ ਕਾਨਵੈਂਟ ਐਜੂਕੇਸ਼ਨਾਂ ਦੀ ਸੀਗੀ, ਉਹ ਅਫਸਰਾਂ ਦੀ ਅਪਰ ਮਿਡਲ ਕਲਾਸ ਦੀਆਂ ਕੁੜੀਆਂ ਸੀਗੀਆਂ। ਤੇ ਮੈਂ ਉਹਨਾਂ ਦੇ ਵਿੱਚੋਂ ਇੱਕ ਸੈਂਟੈਂਸ ਜਿਹੜਾ ਉਹ ਪਕੜ ਲਿਆ। ਮੈਨੂੰ ਉਹ ਕਹਿੰਦੇ ਵੀ ਤੂੰ ਤਾਂ ਕਹਿੰਦਾ ਸੀਗਾ ਵੀ ਮੈਨੂੰ ਦਿਖਾਉਣ ਦਾ ਕੀ ਫਾਇਦਾ, ਇਹ ਤਾਂ ਬਿਲਕੁਲ ਠੀਕ ਆ ਜੋ ਤੂੰ ਕਹਿ ਰਿਹਾ। ਤੇ ਮੈਂ ਕਿਹਾ ਜੀ ਗੱਲ ਇਦਾਂ ਆ ਵੀ ਇਹ ਮੈਨੂੰ ਝੋਲ ਖਾਂਦਾ ਲੱਗਦਾ ਸੈਂਟੈਂਸ। ਉਹਨਾਂ ਨੇ ਫਿਰ ਮੈਨੂੰ ਪੁੱਛਿਆ ਵੀ ਤੂੰ ਅੰਗਰੇਜ਼ੀ ਕਿੱਥੋਂ ਸਿੱਖੀ। ਮੈਂ ਕਿਹਾ ਜੀ ਮੈਂ 5ਵੀਂ ਜਮਾਤ ਤੱਕ ਕੋਈ ਅੰਗਰੇਜ਼ੀ ਨਹੀਂ ਸਿੱਖੀ, ਮੈਨੂੰ ABC ਨਹੀਂ ਆਉਂਦੀ ਸੀਗੀ। ਸਿਸਟਮ 6ਵੀਂ ਜਮਾਤ ਦੇ ਵਿੱਚ, ਹਾਂ ਉਹ ਬੇਸਿਕ 6ਵੀਂ ਤੋਂ ਸ਼ੁਰੂ ਹੁੰਦੀ ਸੀ ਸਾਡੇ ਸਮੇਂ। 6ਵੀਂ ਜਮਾਤ ਦੇ ਵਿੱਚ ਮੈਂ ਕਿਹਾ ਜੀ ਚਰਨਜੀਤ ਸਿੰਘ ਬੇਦੀ ਹੋਰਾਂ ਨੇ ਮੈਨੂੰ ABC ਸਿਖਾਈ, ਤੇ ਨਾਲ ਉਹਨਾਂ ਨੇ ਵਾਵਲ ਵਗੈਰਾ ਹੋਰ ਇਹ ਮੈਨੂੰ ਜਿਹੜੀ ਗ੍ਰਾਮਰ ਵੀ ਆ ਥੋੜੀ ਬਹੁਤੀ ਦੱਸੀ। ਤੇ ਮੈਂ ਗਿੱਲ ਸਾਹਿਬ ਇਹ ਪ੍ਰਾਊਡਲੀ ਕਹਿ ਸਕਦਾ ਆ ਕਿ ਮੈਂ ਕਾਲਜਾਂ 'ਚ ਵੀ ਪੜ੍ਹਾਇਆ ਆ, ਮੈਂ ਜਰਨਲਿਜ਼ਮ ਵੀ ਕੀਤਾ, ਮੈਂ ਦਿੱਲੀ ਵੀ ਰਿਹਾ ਆ, ਮੈਂ ਜਿੱਥੇ ਜਿੱਥੇ ਵੀ ਗਿਆ ਆ, ਮੈਨੂੰ ਕਦੀ ਇਹ ਮਹਿਸੂਸ ਨਹੀਂ ਹੋਇਆ ਕਿ ਮੈਨੂੰ ਜੇ ਕੋਈ ਬਹੁਤ ਅੰਗਰੇਜ਼ੀ ਨਹੀਂ ਆਉਂਦੀ ਤੇ ਮੈਂ ਅੰਗਰੇਜ਼ੀ ਵਿੱਚ ਮਾੜਾ ਵੀ ਨਹੀਂਗਾ। ਸੋ ਇਸੇ ਤਰ੍ਹਾਂ ਦੂਜੇ ਸਬਜੈਕਟਾਂ ਦਾ ਹਾਲ ਆ। ਤੇ ਸਾਡੇ ਚਰਨਜੀਤ ਸਿੰਘ ਬੇਦੀ ਜਿਹੜੇ ਟੀਚਰ ਸੀਗੇ, ਉਹਨਾਂ ਨੇ ਮਿਡਲ ਸਕੂਲ ਦੇ ਵਿੱਚ, ਅਸੀਂ 6ਵੀਂ 'ਚ ਸੀਗੇ, 8ਵੀਂ ਜਮਾਤ ਵੱਡੀ ਆ, ਉਹਨੂੰ ਚੈਲੰਜ ਕੀਤਾ ਕਿ ਮੈਂ ਡਿਕਟੇਸ਼ਨ ਦੇਵਾਂਗਾ, 6ਵੀਂ ਜਮਾਤ ਤੇ 8ਵੀਂ ਜਮਾਤ ਇਕੱਠੀਆਂ ਬੈਠ ਜਾਣ ਤੇ ਫਿਰ ਵੇਖੋ ਕਿ ਕਿਹੜੇ ਵਿਦਿਆਰਥੀ ਜਿਹੜੇ ਆ ਉਹਨਾਂ ਦੇ ਸਪੈਲਿੰਗ ਠੀਕ ਆ ਤੇ ਕਿਹਨਾਂ ਦੀ ਲਿਖਾਈ ਵਧੀਆ ਆ। ਸੋ ਮੇਰਾ ਮਤਲਬ ਕਹਿਣ ਦਾ ਇੱਕ ਹੋਰ ਮੈਂ ਗੱਲ ਜੋੜਦਾ, ਜਦੋਂ ਅਸੀਂ 8ਵੀਂ 'ਚ ਹੋਏ ਤੇ ਬੋਰਡ ਦਾ ਇਮਤਿਹਾਨ ਹੋਣਾ ਸੀਗਾ, ਸਾਨੂੰ ਸਕੂਲ ਦੇ ਵਿੱਚ ਸੱਦ ਕੇ ਰਾਤ ਨੂੰ ਪੜ੍ਹਾਇਆ ਕਰਨਾ ਅਧਿਆਪਕਾਂ ਨੇ। ਤੇ ਸਾਡੇ ਇਲਾਕੇ 'ਚ ਗਿੱਲ ਸਾਹਿਬ ਉਦੋਂ ਨਾ ਬਿਜਲੀ ਨਹੀਂ ਗਈ ਸੀਗੀ, ਤੇ ਉਹ ਜਿਹੜੇ ਗੈਸ ਹੁੰਦੇ ਆ ਨਾ, ਤੁਸੀਂ ਵਿਆਹਾਂ 'ਚ ਵੇਖੇ ਹੋਣੇ ਆ ਪੁਰਾਣੇ ਜ਼ਮਾਨੇ 'ਚ, ਉਹਨਾਂ ਨੂੰ ਫੂਕ ਭਰ ਕੇ ਤੇ ਉਹਦੇ ਵਿੱਚ ਇੱਕ ਮੈਂਟਲ ਜਿਹਾ ਹੁੰਦਾ ਸੀਗਾ, ਉਹ ਜਗਦਾ ਸੀਗਾ। ਉਹ ਜਿਹੜਾ ਜੀ ਉਹ ਗੈਸ ਜਗਾ ਕੇ ਤੇ ਵਿਦਿਆਰਥੀਆਂ ਨੂੰ ਟੀਚਰਾਂ ਨੇ ਪੜ੍ਹਾਉਣਾ, ਔਰ ਕਦੀ ਸੋਚਿਆ ਹੀ ਨਹੀਂ ਜਾ ਸਕਦਾ ਸੀਗਾ ਕਿ ਉਹ ਇਹਦੇ ਵਾਧੂ ਪੈਸੇ ਵੀ ਲੈਣ। ਤੇ ਕਈ ਵਾਰੀ ਵਿਦਿਆਰਥੀ ਕਿਉਂਕਿ ਜ਼ਿਆਦਾ ਸਰਮਾਏ ਵਾਲੇ ਨਹੀਂ ਸੀਗੇ, ਤੇਲ ਵੀ ਜਿਹੜਾ ਗੈਸ ਦੇ ਵਿੱਚ ਆ ਉਹ ਮਾਸਟਰਾਂ ਨੇ ਆਪਣੇ ਕੋਲੋਂ ਪਾ ਦੇਣਾ, ਔਰ ਜਿਹੜਾ ਉਹਦਾ ਮੈਂਟਲ ਉਹ ਫੁੱਲ ਜਿਹਾ ਸੜ ਜਾਣਾ, ਉਹ ਨਵਾਂ ਵੀ ਲਿਆ ਦੇਣਾ। ਸੋ ਉਹਦਾ ਨਤੀਜਾ ਇਹ ਸੀਗਾ ਕਿ ਬਹੁਤ ਸਾਰੇ ਜਿਹੜੇ ਸਾਡੇ ਉਸ ਸਮੇਂ ਦੇ ਵਿਦਿਆਰਥੀ ਸੀਗੇ ਉਹ ਲਗਭਗ ਚੰਗੇ ਵਿਦਿਆਰਥੀ ਸਾਬਤ ਹੋਏ। ਸੋ ਮੈਂ ਮਹਿਸੂਸ ਕਰਦਾ ਬਈ ਇਹ ਰਵਾਇਤ ਹੁਣ ਖਤਮ ਹੋ ਗਈ ਆ, ਪ੍ਰਾਈਵੇਟਾਈਜੇਸ਼ਨ ਕਰਕੇ ਜ਼ਿਆਦਾ ਮਤਲਬ ਲਾਲਚ ਵੱਧ ਗਿਆ, ਔਰ ਟੀਚਰ ਟਾਟ ਰਿਲੇਸ਼ਨ ਜਿਹੜਾ ਹੈਗਾ ਉਹ ਵੀ ਉਸ ਕਿਸਮ ਦਾ ਨਹੀਂ ਰਿਹਾ। ਪਰ ਫਿਰ ਵੀ ਮੈਂ ਕਹਿੰਦਾ ਆ ਕਿ ਪੰਜਾਬ ਦੇ ਵਿੱਚ ਕ੍ਰੈਡਿਟ ਤਾਂ ਜਿਹੜਾ ਉਹ ਗੌਰਮੈਂਟਾਂ ਨੇ ਲੈਣਾ ਹੁੰਦਾ ਆ, ਮੁੱਖ ਮੰਤਰੀ ਨੇ ਲੈਣਾ ਹੈਗਾ, ਐਜੂਕੇਸ਼ਨ ਮਿਨਿਸਟਰ ਨੇ ਲੈਣਾ ਆ, ਅਖੇ ਲੜਨ ਫੌਜਾਂ ਤੇ ਨਾ ਸਰਦਾਰਾਂ ਦੇ। ਇਹਦੇ ਵਿੱਚ ਜੇ ਐਜੂਕੇਸ਼ਨ ਸਿਸਟਮ ਪੰਜਾਬ ਦਾ ਬਚਿਆ ਆ, ਸਰਕਾਰੀ ਐਜੂਕੇਸ਼ਨ ਸਿਸਟਮ ਖਾਸ ਕਰਕੇ, ਤਾਂ ਇਹਦਾ ਕ੍ਰੈਡਿਟ ਸਕੂਲਾਂ ਦੇ ਅਧਿਆਪਕਾਂ ਨੂੰ ਜਾਂਦਾ ਆ, ਔਰ ਜਿਹੜੇ ਪ੍ਰਬੰਧਕ ਆ, ਜਿਨ੍ਹਾਂ 'ਚ ਮੈਂ ਕ੍ਰਿਸ਼ਨ ਕੁਮਾਰ ਦਾ ਨਾਂ ਲਿਆ ਆ,
ਉਹ ਉਸ ਕਿਸਮ ਦੇ ਪ੍ਰਬੰਧਕ ਜਿਹੜੇ ਆ ਉਹਨਾਂ ਨੂੰ ਜਾਂਦਾ ਆ। ਔਰ ਅਸੀਂ ਕਿਉਂ ਇਹੋ ਹੀ ਮਹਿਸੂਸ ਕਰਦੇ ਹਾਂ ਵੀ ਪੰਜਾਬ ਹਮੇਸ਼ਾ ਥੱਲੇ ਹੀ ਰਹੂਗਾ ਜਾਂ ਥੱਲੇ ਹੀ ਰਹਿਣਾ ਚਾਹੀਦਾ। ਸੋ ਮੈਨੂੰ ਲੱਗਦਾ ਇਹ ਆ ਵੀ ਚਾਹੀਦਾ ਸ਼ਬਦ ਤੇ ਕੋਈ ਵੀ ਨਹੀਂ ਚਾਹੁੰਦਾ, ਪਰ ਪ੍ਰੋਫੈਸਰ ਸਾਹਿਬ ਤੁਸੀਂ ਜਿਹੜੀਆਂ ਗੱਲਾਂ ਸਾਰੀਆਂ ਸੁਣਾਈਆਂ ਬਹੁਤ ਵਧੀਆ ਲੱਗੀਆਂ। ਕੋਈ ਸੁਨਹਿਰੀ ਦੌਰ ਦੀ ਗੱਲ ਹੈ ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ, ਔਰ ਜਿੱਦਾਂ ਦਾ ਮੇਰਾ ਆਈਡੀਅਲਿਜ਼ਮ ਹੈ ਮੈਨੂੰ ਲੱਗਦਾ ਦੂਜੇ ਪਾਸੇ ਆਈਡੀਅਲਿਜ਼ਮ ਤੁਸੀਂ ਵੀ ਕਾਫੀ ਵਰਤਿਆ ਇਹਦੇ ਵਿੱਚ। ਆਪਾਂ ਵੀ ਉਸੇ ਸਿਸਟਮ 'ਚੋਂ ਆਏ ਹਾਂ। ਤੁਸੀਂ ਟੌਪਰ ਹੋ ਸਕਦੇ ਹੋ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਕਮਜ਼ੋਰ ਵਿਦਿਆਰਥੀਆਂ 'ਚੋਂ ਸੀਗੇ, ਸਾਡੇ ਵਿੱਚ ਵੀ ਟੌਪਰ ਬੱਚੇ ਹੈਗੇ ਸੀਗੇ ਜਿਹੜੇ ਕਈ ਵਾਰ ਇਸ ਕਰਕੇ ਡ੍ਰੌਪ ਕਰਦੇ ਸੀ ਕਿ ਮੇਰੀ ਯਾਰ ਕੀ ਗ੍ਰੇਡਿੰਗ ਨਹੀਂ ਹੋਣੀ, ਮੈਂ ਪੋਜੀਸ਼ਨ ਫਸਟ ਲੈਣੀ ਆ। ਤੇ ਉਹ ਬੱਚਿਆਂ 'ਚੋਂ ਘੱਟੋ ਘੱਟ ਮੇਰੇ ਜਮਾਤੀ ਜਿਹੜੇ ਆ, ਜੇ ਮੈਂ ਆਪਣੇ ਹਿਸਾਬ ਨਾਲ ਵੇਖਾਂ ਤੇ ਜਿਹੜੇ ਡਿਜ਼ਰਵ ਕਰਦੇ ਬੱਚੇ ਸੀਗੇ ਸਾਡੇ 'ਚੋਂ, ਉਹ ਵਿਚਾਰੇ ਜਾਂ ਫੌਜ 'ਚ ਭਰਤੀ ਹੋਏ ਆ, ਇੱਕ ਅੱਧਾ ਮਿਸਾਲ ਛੱਡ ਕੇ ਕਿ ਉਹ ਸਕੂਲ ਟੀਚਰ 2 ਜਾਂ 3, ਉਹ ਵੀ ਪੀਟੀ ਮਾਸਟਰ। ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਾਡੇ ਗਰੁੱਪਾਂ ਦੇ ਵਿੱਚੋਂ ਡਾਕਟਰ ਬਣ ਸਕਿਆ ਹੋਵੇ, ਇੰਜੀਨੀਅਰ ਬਣ ਸਕਿਆ ਹੋਵੇ, ਜਾਂ ਕੋਈ PhD ਕਰਕੇ ਬਹੁਤ ਉੱਪਰ ਪਹੁੰਚ ਗਿਆ ਹੋਵੇ, ਬੜੇ ਵਧੀਆ ਹੋਏ। ਮੈਨੂੰ ਨਹੀਂ ਕੋਈ ਲੱਗਿਆ ਕਿ ਸਾਡੇ ਘੱਟੋ ਘੱਟ ਉਸ ਸਮੇਂ ਚੋਂ, ਤੇ ਜਿਸ ਤਰੀਕੇ ਦਾ ਸਾਡੇ ਅਧਿਆਪਕਾਂ ਨੂੰ ਤੁਸੀਂ ਦੱਸਿਆ ਕਿ ਬਹੁਤ ਵਧੀਆ, ਮੇਰੇ ਕੋਲ ਬਹੁਤ ਸਾਰੀਆਂ ਮਿਸਾਲਾਂ ਨੇ ਕਿ ਸਾਨੂੰ ਡਾਂਗ ਨਾਲ ਕੁੱਟਿਆ ਜਾਂਦਾ ਸੀਗਾ ਔਰ ਮੁਰਗੇ ਬਣਾ ਕੇ ਪਿੱਪਲ ਵਾਲੇ ਘੁਮਾਇਆ ਜਾਂਦਾ ਸੀ ਜਦੋਂ ਸਾਨੂੰ ਵਰਕ ਦੀਆਂ ਫਾਰਮ ਨਹੀਂ ਸੀ ਆਉਂਦੀਆਂ ਹੁੰਦੀਆਂ। ਤੇ ਟੀਚਰ, ਹੁਣ ਇੱਕ ਜ਼ਿਕਰ ਕਰਾਂ ਤੇ ਤੁਸੀਂ ਹੈਰਾਨ ਹੋਣਾ ਵੀ ਉਸ ਸਮੇਂ ਵੀ ਐਂ ਲੱਗਦਾ ਸੀਗਾ ਕਿ ਟੀਚਰ ਨੂੰ ਵੇਖ ਕੇ ਬੁਖਾਰ ਚੜ ਜਾਂਦਾ ਸੀ ਬੱਚਿਆਂ ਨੂੰ ਵੀ ਹੁਣ ਆ ਗਿਆ ਜ਼ਾਲਮ ਤੇ ਸਾਡਾ ਬੁਰਾ ਹਾਲ ਹੋਣਾ ਆ। ਤੇ ਇੰਨੀ ਜਿਹੜੀ ਕਮਿਟਮੈਂਟ ਵਾਲੀ ਗੱਲ ਹੈ ਹੁਣ ਸੀਗੀ ਕਿਤੇ ਕਿਤੇ, ਪਰ ਇਹ ਹੁਣ ਆਫ ਦੀ ਰਿਕਾਰਡ ਇਹ ਗੱਲਾਂ ਕਰ ਰਹੀਆਂ, ਕਈ ਵਾਰ ਨਹੀਂ ਹੁੰਦੀਆਂ ਟੀਵੀ ਰੇਡੀਓ ਦੇ ਉੱਤੇ। ਤੇ ਜੇ ਕਿਤੇ ਬਹਿ ਕੇ ਆਪਾਂ ਆਪਸ ਕਰਾਂਗੇ ਤੇ ਮੈਂ ਤੁਹਾਨੂੰ ਦੱਸੂਗਾ ਕਿ ਕਿੱਦਾਂ ਦਾ ਇਹ ਦੌਰ ਵੇਖਿਆ, ਕਿਸ ਤਰ੍ਹਾਂ। ਔਰ ਮੇਰਾ ਕਈ ਵਾਰ ਜੀ ਕਰਦਾ ਹੁੰਦਾ ਕਿ ਜਿਹੜੇ ਉਹ ਟੀਚਰ ਸਾਨੂੰ ਪੜ੍ਹਾਉਂਦੇ ਸੀਗੇ, ਜਿੰਨਾ ਉਹ ਡਿਸਕਰਜ ਕਰਦੇ ਸੀਗੇ, ਜਿਹੜਾ ਬੱਚਾ, ਮੈਨੂੰ ਯਾਦ ਹੈ ਸਾਡੇ ਲਾਗੇ ਪਿੰਡ ਮੱਲੂ ਨੰਗਲ, ਦਲੀਪ ਸਿੰਘ ਮੱਲੂ ਨੰਗਲ ਉਹਨਾਂ ਦਾ ਪਿੰਡ ਤੁਸੀਂ ਜਾਣਦੇ ਹੋਗੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਰਹੇ ਨੇ ਲੰਬਾ ਸਮਾਂ ਮੈਂਬਰ। ਉੱਥੋਂ ਦੇ 1-2 ਬੱਚੇ ਹੁੰਦੇ ਸੀਗੇ, ਉਹਨਾਂ ਨੂੰ ਟੀਚਰ ਆ ਕੇ ਕਹਿੰਦਾ ਇਹ ਮਾਤਾ ਦਾ ਮਾਲ ਹੈ, ਇਹਨਾਂ ਨੂੰ ਕੱਢ ਕੇ ਪਹਿਲਾਂ ਵੱਖਰਾ ਬਿਠਾਉਂਦਾ ਵੀ ਤੁਹਾਨੂੰ ਕੁਝ ਨਹੀਂ ਪੁੱਛਣਾ ਦੱਸਣਾ। ਯਾਨੀ ਕਿ ਉਹਨਾਂ ਨੂੰ ਇਸ ਤਰ੍ਹਾਂ ਇਗਨੋਰ ਕਰਕੇ ਇਦਾਂ ਡੀਗ੍ਰੇਡ ਕੀਤਾ ਜਾਂਦਾ ਸੀਗਾ ਕਿ ਜੇ ਕੋਈ ਕਮਜ਼ੋਰ ਹੈ ਤੇ ਉਹਨੂੰ ਵੱਖਰਾ ਟਾਈਮ ਦੀ ਦੇਣ ਦੀ ਬਜਾਏ ਜਾਂ ਉਹਨੂੰ ਅਪਲਿਫਟ ਕਰਨ ਦੀ ਬਜਾਏ ਉਹਨੂੰ ਜਲੀਲ ਕੀਤਾ ਜਾਂਦਾ ਸੀਗਾ। ਔਰ ਮੈਂ ਦੇਖਦਾ ਕਈ ਵਾਰ ਮੇਰਾ ਜੀ ਕਰਦਾ ਹੁੰਦਾ ਕਿ ਆਪਣੇ ਪੁਰਾਣੇ ਟੀਚਰਸ ਨੂੰ ਮਿਲਿਆ ਜਾਵੇ ਜਾ ਕੇ, ਤੇ ਉਹਨਾਂ ਦੇ ਸਟਾਈਲ ਪੜ੍ਹਾਈ ਬਾਰੇ ਤੇ ਉਹਨਾਂ ਦੇ ਜਿਹੜੇ ਕਮੈਂਟ ਕੀਤੇ ਹੋਏ ਸੀ ਸਾਡੇ ਬਾਰੇ, ਉਹ ਗੱਲਾਂ ਉਹਨਾਂ ਨੇ ਕੀਤੀਆਂ ਜਾਣ ਵੀ ਤੁਸੀਂ ਤਾਂ ਇਦਾਂ ਕਹਿੰਦੇ ਸੀ, ਇਦਾਂ ਸੋਚਦੇ ਸੀ, ਅਸੀਂ ਜ਼ਿੰਦਗੀ 'ਚ ਆਹ ਕਰਕੇ ਦਿਖਾਇਆ। ਮਤਲਬ ਇਹ ਆਪੋ ਆਪਣੇ ਐਕਸਪੀਰੀਅੰਸ ਨੇ। ਟੀਚਰ ਡੇ ਤੇ ਲੋਕ ਬਹੁਤ ਕੁਝ ਲਿਖਦੇ ਨੇ, ਮੇਰਾ ਕਈ ਵਾਰ ਜੀ ਕਰਦਾ ਹੁੰਦਾ ਕਿ ਮੈਂ ਉਹਨਾਂ ਟੀਚਰਸ ਦੇ ਨਾਂ ਲੈ ਕੇ ਦੱਸਾਂ ਵੀ ਕਿਸ ਤਰ੍ਹਾਂ ਦੇ ਉਹ ਟੀਚਰ ਸੀਗੇ ਉਸ ਸਮੇਂ ਦੇ। ਮੈਂ ਗਿੱਲ ਸਾਹਿਬ ਇਹ ਕੋਈ ਮਤਲਬ ਤੁਹਾਡੀ ਗੱਲ ਜਿਹੜੀ ਹੈ ਤੋਂ ਇਨਕਾਰ ਨਹੀਂਗਾ ਕਰਦਾ। ਜਿਹੜੇ ਸਾਡੇ ਸਕੂਲ 'ਚ ਵੀ ਵਿਦਿਆਰਥੀ ਸੀਗੇ ਉਹ ਸਾਰੇ ਇੱਕੋ ਜਿਹੇ ਨਹੀਂ ਸੀਗੇ, ਨਾ ਹੀ ਸਾਰੇ ਅਧਿਆਪਕ ਇੱਕੋ ਜਿਹੇ ਸੀਗੇ, ਪਰ ਇਨ ਜਨਰਲ ਹੁਣ ਮੈਂ ਅਧਿਆਪਕ ਬਣਨਾ ਹੀ ਇਸ ਕਰਕੇ ਸੋਚਿਆ ਸੀਗਾ ਕਿ ਮੇਰਾ ਪ੍ਰਾਇਮਰੀ ਸਕੂਲ ਦਾ ਜਿਹੜਾ ਟੀਚਰ ਸੀਗਾ ਉਹ ਮੈਨੂੰ ਇੰਨੀ ਸ਼ਾਬਾਸ਼ ਦਿੰਦਾ ਸੀਗਾ, ਇੰਨਾ ਪਿਆਰ ਕਰਦਾ ਸੀਗਾ, ਔਰ ਮਿਡਲ ਸਕੂਲ ਦਾ ਮੇਰਾ ਟੀਚਰ ਉਹ ਵੀ ਮੈਨੂੰ ਇੰਨਾ ਇਨਕਰੇਜ ਕਰਦਾ ਸੀਗਾ। ਔਰ ਮੈਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰਾ ਪ੍ਰਾਇਮਰੀ ਸਕੂਲ ਵਾਲਾ ਟੀਚਰ ਵੀ ਤੇ ਮਿਡਲ ਸਕੂਲ ਵਾਲਾ ਟੀਚਰ ਵੀ ਮੇਰੀ ਬਰਾਤ ਦੇ ਵਿੱਚ ਗਏ। ਔਰ ਸਿਹਰਾ ਤਾਂ ਸਵਿੰਦਰ ਭਾਗੋਵਾਲੀਏ ਨੇ ਪੜ੍ਹਿਆ ਮੇਰਾ, ਪਰੰਤੂ ਜਿਹੜਾ ਅਸਲੀ ਸਿਹਰਾ ਸੀਗਾ ਉਹ ਉਹਨਾਂ ਦੋਨਾਂ ਅਧਿਆਪਕਾਂ ਨੇ ਮੇਰੇ ਸਬੰਧ ਦੇ ਵਿੱਚ ਜਿਹੜੇ ਮੇਰੇ ਗੁਣਾਂ ਨੂੰ ਉਭਾਰ ਕੇ ਕੀਤਾ। ਪ੍ਰੋਫੈਸਰ ਸਾਹਿਬ ਕਿ ਅਸੀਂ ਜਦੋਂ ਇੱਕ ਦਿਨ ਸ਼ੁਰੂ ਕਰਨੀ ਹੈ ਨਾ ਸਾਹਿਤ ਦੇ ਅੰਗ ਸੰਗ ਆਪਣੀ, ਤੇ ਉਹਦੇ ਵਿੱਚ ਤੁਹਾਡੀ ਬਚਪਨ ਤੋਂ ਲੱਗ ਕੇ ਹੁਣ ਤੱਕ ਦੀ ਸਕਸੈਸ ਸਟੋਰੀ ਆਪਾਂ ਜ਼ਰੂਰ ਡਿਸਕਸ ਕਰਨੀ। ਆਪਾਂ ਆਪਣੇ ਤਾਂ ਆਪਾਂ ਨਿੱਜੀ ਲੈ ਕੇ ਦੋਵੇਂ ਜਾਣੇ ਜ਼ਿਆਦਾ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਕਰਦੇ ਇੱਧਰ ਹੋ ਗਏ, ਸੋ ਕੁਝ ਕੁ ਗੱਲਾਂ ਆਪਾਂ ਹੋਰ ਕਰ ਲਈਏ, ਸਮਾਂ ਤੇਜ਼ੀ ਨਾਲ ਨਿਕਲ ਰਿਹਾ ਆ। ਇੱਕ ਖਬਰ ਜਿਹੜੀ ਆਪਾਂ ਕੱਲ ਪਰਸੋਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਨੀਤੀ ਆਯੋਗ ਦੇ ਕਿਸਾਨਾਂ ਵਾਸਤੇ ਮੈਂਬਰ ਨੇ ਸ਼੍ਰੀ ਰਮੇਸ਼ ਚੰਦਰੀ, ਉਹਨਾਂ ਦੇ ਲਗਾਤਾਰ ਬਿਆਨ ਆ ਰਹੇ ਆ। ਪਹਿਲਾਂ ਉਹਨਾਂ ਦਾ ਕੱਲ ਬਿਆਨ ਅਸੀਂ ਡਿਸਕਸ ਕੀਤਾ ਸੀਗਾ, ਮੈਂ ਸੁਸ਼ੀਲ ਰਾਣੂ ਨੂੰ ਇਹ ਬਾਰ-ਬਾਰ ਸਵਾਲ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿ GDP ਦੇ ਵਿੱਚ ਸਾਡੀ ਜਿਹੜੀ ਐਗਰੀਕਲਚਰ ਸੈਕਟਰ ਆ ਉਹਦੇ ਤੇ ਕੋਵਿਡ ਦਾ ਕੋਈ ਅਸਰ ਨਹੀਂ ਹੋਣਾ ਤੇ 3% ਹੈ। ਮੈਂ ਉਹਨਾਂ ਨੂੰ ਸਵਾਲ ਕੱਲ ਕਿਹਾ ਸੀਗਾ ਕਿ ਅਸੀਂ ਕਹਿੰਦੇ ਆ ਕਿ 65 ਤੋਂ 70% ਖੇਤੀ ਆਧਾਰਿਤ ਸਾਡਾ ਅਰਥਚਾਰਾ ਆ, ਤੇ ਲੋਕ ਜਿਹੜੇ ਨੇ ਉਹ ਖੇਤੀ ਨਾਲ ਜੁੜੇ ਹੋਏ ਨੇ ਵਿੰਗੇ ਟੇਢੇ ਢੰਗ ਨਾਲ ਜਾਂ ਸਿੱਧੇ ਢੰਗ ਨਾਲ। ਤੇ ਪਰ ਕੀ ਕਾਰਨ ਆ ਕਿ ਸਾਡਾ GDP ਦੇ ਵਿੱਚ ਸ਼ੇਅਰ ਬੜਾ ਨਗੂਣਾ ਹੈ, 3% ਸ਼ੇਅਰ ਸਾਰਾ ਹੀ GDP ਦੇ ਵਿੱਚ ਐਗਰੀਕਲਚਰ ਸੈਕਟਰ ਦਾ ਆ।
ਤੇ ਐਗਰੀਕਲਚਰ ਸੈਕਟਰ ਦੀਆਂ ਪ੍ਰੋਬਲਮ ਬਹੁਤ ਜ਼ਿਆਦਾ ਨੇ। ਤੇ ਪਹਿਲਾਂ ਤਾਂ ਮੈਂ ਤੁਹਾਨੂੰ ਅੱਜ ਫਿਰ ਉਹ ਸਵਾਲ ਦੁਹਰਾ ਲੈਣਾ ਆ ਕਿ ਇੰਨਾ ਵੱਡਾ ਐਗਰੀਕਲਚਰ ਸੈਕਟਰ ਆ ਭਾਰਤ ਵਿੱਚ ਤੇ ਉਹਦਾ GDP ਦੇ ਵਿੱਚ ਨਿਗੁਣਾ ਹਿੱਸਾ ਹੋਣ ਦਾ ਕੀ ਕਾਰਨ ਹੈ? ਇਹਦਾ ਕਾਰਨ ਗਿੱਲ ਸਾਹਿਬ ਇਹ ਆ ਕਿ ਇਹ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਬਲਕਿ ਆਜ਼ਾਦ ਹੋਣ ਤੋਂ ਪਹਿਲਾਂ ਵੀ ਐਗਰੀਕਲਚਰ ਸੈਕਟਰ ਵੱਲ ਜਿਹੜਾ ਸਰਕਾਰਾਂ ਦਾ ਧਿਆਨ ਆ ਉਹ ਰਿਹਾ ਹੀ ਨਹੀਂ। ਤੁਹਾਨੂੰ ਯਾਦ ਹੋਣਾ, ਬਲਕਿ ਆਨਰੇਬਲੀ ਪੰਜਾਬ ਦੇ ਲੋਕ ਜਿਹੜੇ ਯਾਦ ਕਰਦੇ ਆ ਕਿ 1907 ਤੇ 9 ਵਾਲੀ ਜਿਹੜੀ ਲਹਿਰ ਸੀਗੀ ਪਗੜੀ ਸੰਭਾਲਣ ਵਾਲੀ, ਉਹ ਪਗੜੀ ਸੰਭਾਲਣ ਵਾਲੀ ਲਹਿਰ ਇਸੇ ਗੱਲ ਚੋਂ ਨਿਕਲੀ ਸੀਗੀ ਕਿ ਕਿਸਾਨੀ ਦਾ ਕਚੂਮਰ ਕੱਢਿਆ ਜਾ ਰਿਹਾ ਸੀਗਾ, ਆਮਦਨ ਕੋਈ ਹੁੰਦੀ ਨਹੀਂ ਸੀਗੀ, ਮਾਮਲੇ ਵੱਧ ਸੀਗੇ ਵਗੈਰਾ ਵਗੈਰਾ। ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਐਗਰੀਕਲਚਰ ਸੈਕਟਰ ਵੱਲ ਕਦੀ ਕੋਈ ਧਿਆਨ ਨਹੀਂ ਦਿੱਤਾ ਗਿਆ। ਤੁਸੀਂ ਵੀ ਪੇਂਡੂ ਬੈਕਗਰਾਊਂਡ ਦੇ ਹੋ, ਮੈਂ ਵੀ ਪੇਂਡੂ ਬੈਕਗਰਾਊਂਡ ਦਾ ਹਾਂ, ਔਰ ਐਗਰੀਕਲਚਰ ਦਾ ਜਿਹੜਾ ਸੈਕਟਰ ਹੈਗਾ ਇਹਨੂੰ ਕਦੀ ਵੀ ਮਹੱਤਵ ਨਹੀਂ ਦਿੱਤਾ ਤੇ ਇਹਨੂੰ ਇਸ ਤਰ੍ਹਾਂ ਸਮਝਿਆ ਗਿਆ ਬਈ ਇਹ ਜਿੱਦਾਂ ਹੁੰਦਾ ਨਾ ਵੀ ਇਹ ਤਾਂ ਸਾਡੇ ਸਿਸਟਮ ਦਾ, ਸਾਡੇ ਸਮਾਜ ਦਾ ਕੋਈ ਹਿੱਸਾ ਹੀ ਨਹੀਂ ਹੈਗੇ। ਔਰ ਬਹੁਤ ਸਾਰੇ ਕਿਸਾਨ ਤੁਸੀਂ ਦੇਖਿਆ ਹੋਣਾ, ਉਹਨਾਂ ਨੂੰ ਜੇ ਪੁੱਛੀਏ ਤੇ ਬਈ ਤੁਹਾਨੂੰ ਬਚਦਾ ਕੀ ਆ, ਤੇ ਉਹ ਜਵਾਬ ਦਿੰਦੇ ਹੁੰਦੇ ਸੀ ਵੀ ਸਾਨੂੰ ਬਚਦਾ ਤੇ ਕੁਛ ਨਹੀਂ ਗਾ, ਅਸੀਂ ਸਿਰਫ ਬਿਜ਼ੀ ਰਹਿੰਦੇ ਆ ਤੇ ਮਿੱਟੀ ਫੋਲਦੇ ਰਹਿੰਦੇ ਆ। ਔਰ ਸਵਾਮੀਨਾਥਨ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੀ ਲਾਗਤ ਆ ਉਹ ਵੀ ਗਿਣਨੀ ਆ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਦੇ 4, 2, 5 ਜੀ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਮਿਹਨਤ ਵੀ ਵਿੱਚ ਗਿਣਨੀ ਆ। ਤੇ ਤੁਹਾਨੂੰ ਪਤਾ ਹੀ ਆ ਵੀ ਉਹ ਮਿਹਨਤ ਕਿੰਨੀ ਕੁ ਗਿਣੀ ਗਈ ਹੈਗੀ ਆ। ਔਰ ਜਦੋਂ ਇਸ ਸੈਕਟਰ ਵੱਲ ਕੋਈ ਧਿਆਨ ਹੀ ਨਹੀਂ ਹੈ, ਜੇ ਮਿਹਨਤ ਨਾਲ ਉਹ ਕੋਈ ਚੀਜ਼ ਪੈਦਾ ਵੀ ਕਰ ਲੈਂਦੇ ਆ, ਕਦੀ ਉਹਨਾਂ ਨੂੰ ਆਲੂ ਜਿਹੜੇ ਆ ਉਹ ਸੜਕਾਂ ਤੇ ਸੁੱਟਣੇ ਪੈਂਦੇ ਆ, ਕਦੀ ਟਮਾਟਰ ਸੜਕਾਂ ਤੇ ਸੁੱਟਣੇ ਪੈਂਦੇ ਆ, ਕਦੀ ਕਮਾਦ ਨੂੰ ਅੱਗ ਲਾਉਣੀ ਪੈਂਦੀ ਆ। ਸੋ ਇਸ ਤਰੀਕੇ ਨਾਲ ਉਹਦੇ ਵਿੱਚ ਜਦੋਂ ਉਸ ਸੈਕਟਰ ਵੱਲ ਕੋਈ ਧਿਆਨ ਹੀ ਸਰਕਾਰ ਨੇ ਨਹੀਂ ਦਿੱਤਾ ਤਾਂ ਉਹਨਾਂ ਦਾ GDP ਦੇ ਵਿੱਚ ਵੱਡਾ ਹਿੱਸਾ ਕਿਵੇਂ ਹੋ ਸਕਦਾ ਆ। ਹੁਣ ਵੀ ਜਿਹੜਾ ਸਟਰਗਲ ਚੱਲ ਰਿਹਾ ਹੈਗਾ ਕਿਸਾਨਾਂ ਦਾ ਅੰਦੋਲਨ, ਉਹਦੇ ਵਿੱਚ ਵੀ ਵੱਡੀ ਗੱਲ ਇਹੋ ਹੀ ਆ ਵੀ ਸਾਡੀ ਸੁਣੋ। ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਹਾਂ ਬਈ GDP ਦੇ ਵਿੱਚ ਘੱਟ ਹਿੱਸਾ ਹੋਣ ਦਾ ਕਾਰਨ ਇਹ ਆ ਕਿ ਖੇਤੀਬਾੜੀ ਸੈਕਟਰ ਵੱਲ ਜਿਹੜਾ ਸਰਕਾਰਾਂ ਦਾ ਧਿਆਨ ਉਹ ਬਹੁਤ ਘੱਟ ਰਿਹਾ। ਪ੍ਰੋਫੈਸਰ ਸਾਹਿਬ, ਇੱਕ ਬੜੀ ਅੱਛੀ ਸਕੀਮ ਆਈ ਸੀ ਆਪਣੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨਾਲ ਦੇ ਵੇਲੇ, ਮਨਰੇਗਾ, ਜਿਹਨੂੰ ਪਹਿਲਾਂ ਤਾਂ BJP ਨੇ ਬੜਾ ਭੰਡਿਆ ਸੀ ਔਰ ਸ਼ੁਰੂਆਤੀ ਦੌਰ 'ਚ ਇਹਨੂੰ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ, ਪਰ ਜਦੋਂ ਉਹਨਾਂ ਨੂੰ ਇਹਦੀ ਰਿਐਲਿਟੀ ਦਾ ਪਤਾ ਲੱਗਾ ਤੇ ਉਹਨੂੰ ਕੰਟੀਨਿਊ ਕੀਤਾ ਗਿਆ। ਪਰ ਜਿਹੜਾ ਮਨਰੇਗਾ ਆ ਉਹਨੂੰ ਮੈਂ ਅੱਗੇ ਗੁਰਭਜਨ ਗਿੱਲਰਾਂ ਨੇ ਇੱਕ ਵਾਰੀ ਮੇਰੇ ਨਾਲ ਗੱਲਬਾਤ ਕਰਦਿਆਂ ਦੱਸਿਆ ਸੀਗਾ ਕਿ ਮਨਰੇਗਾ ਦਾ ਸਹੀ ਤਰੀਕੇ ਨਾਲ ਪਿੰਡਾਂ ਦੇ ਵਿੱਚ ਨਾ ਤੇ ਚੇਤਨਾ ਪੈਦਾ ਕੀਤੀ ਗਈ ਆ ਤੇ ਨਾ ਹੀ ਉਹਨੂੰ ਅਪਲਾਈ ਕੀਤਾ ਗਿਆ ਆ। ਜਿਹੜਾ ਕੰਮ ਪਿੰਡਾਂ ਦੀਆਂ ਪੰਚਾਇਤਾਂ ਦਾ ਤੇ ਬਲਾਕ ਲੈਵਲ ਦੇ ਆਫਿਸਰ ਦਾ ਸੀਗਾ, ਉਹਦੇ ਵਿੱਚ 5 ਏਕੜ ਤੋਂ ਘੱਟ ਜਾਂ 5 ਏਕੜ ਤੱਕ ਦੀ ਜਿਹੜੀ ਓਨਰਸ਼ਿਪ ਆ ਲੈਂਡ ਦੀ, ਉਹਦੇ ਵਿੱਚ ਕੰਮ ਕਰਨ ਵਾਲਾ ਜਿਹੜਾ ਕਿਸਾਨ ਆ ਉਹ ਅਗਰ ਜੌਬ ਕਾਰਡ ਬਣਾ ਲਵੇ ਤੇ, ਕਿਉਂਕਿ ਪਿੰਡਾਂ 'ਚ ਧੜੇਬਾਜ਼ੀਆਂ ਨੇ, ਪਿੰਡਾਂ 'ਚ ਬਹੁਤ ਕੁਝ ਆ, ਹੇਰਾ ਫੇਰੀਆਂ ਨੇ, ਕਾਰਡ ਜਾਲੀ ਬਣਦੇ ਨੇ, ਲੋਕਾਂ ਤੱਕ ਚੀਜ਼ਾਂ ਪਹੁੰਚਦੀਆਂ ਨਹੀਂ, ਤਾਂ ਉਹ ਆਪਣੇ ਖੇਤਾਂ 'ਚ ਕੰਮ ਕਰਨ ਦਾ ਵੀ ਉਹ ਜਿਹੜਾ ਆ ਉਹ ਮਨਰੇਗਾ ਤਹਿਤ ਉਹ ਲਗਾਤਾਰ 100 ਦਿਨ ਕੰਮ ਜਿਹੜਾ ਉਹ ਲੈ ਸਕਦਾ, ਉਹਦਾ ਲੀਗਲ ਰਾਈਟ ਆ। ਮੈਂ ਕੱਲ ਹਮੀਰ ਸਿੰਘ ਹੋਰਾਂ ਨੂੰ ਸੁਣ ਰਿਹਾ ਸੀਗਾ, ਟ੍ਰਿਬਿਊਨ 'ਚ ਕੰਮ ਕਰਦੇ ਨੇ, ਉਹਨਾਂ ਨੇ ਉਹਦੇ ਵਿੱਚ ਬਹੁਤ ਅੱਛੀ ਕੀਤੀ। ਮਨਰੇਗਾ ਬਾਰੇ ਤੁਸੀਂ ਵੀ ਥੋੜਾ ਪੜ੍ਹਿਓ, ਮੈਂ ਵੀ ਸਟੱਡੀ ਕਰੂੰਗਾ। ਮਨਰੇਗਾ ਨੂੰ ਕਿਸਾਨ ਅਡਾਪਟ ਕਿਉਂ ਨਹੀਂ ਕਰ ਰਿਹਾ? ਮੈਨੂੰ ਨਹੀਂ ਲੱਗਦਾ ਪੰਜਾਬ ਦਾ ਕੋਈ ਵੀ, ਕਿਉਂਕਿ ਉਹ ਲੇਬਰ ਵਾਸਤੇ ਲਾ ਆ ਤੇ ਇਹਨਾਂ ਨੂੰ ਲੱਗਦਾ ਕਿ ਅਸੀਂ ਲੇਬਰ ਕਲਾਸ ਨਹੀਂ ਆ, ਅਸੀਂ ਤੇ ਮਾਲਕ ਆ, ਤੇ ਇਸ ਕਰਕੇ ਵੀ ਕਿਤੇ ਨਾ ਕਿਤੇ ਚੇਤਨਾ ਦੀ ਘਾਟ ਆ। ਜੇ ਆਪਣੇ ਹੀ ਖੇਤ 'ਚ ਕੰਮ ਕਰਨ ਦਾ ਸਰਕਾਰ 100 ਦਿਨ ਮਿਨੀਮਮ ਜਿਹੜੀ ਆ ਉਹ ਤਨਖਾਹ ਦਿੰਦੀ ਆ, ਕੋਈ 400 350 ਦੇ ਕਰੀਬ ਦਿਹਾੜੀ ਆ ਉਹਦੀ, ਤੇ ਕੀ ਕਾਰਨ ਆ ਕਿ ਕਿਸਾਨਾਂ ਨੇ ਇਹਨੂੰ ਅਡਾਪਟ ਨਹੀਂ ਕੀਤਾ? ਇਹਦੇ 'ਚ ਬਿਲਕੁਲ ਠੀਕ ਹੈ ਜੀ, ਇਹ ਸਕੀਮ ਬੜੀ ਵਧੀਆ ਸੀਗੀ। ਇਹ ਜਿਹੜੀ UPA 1 ਸੀ ਨਾ, ਜਦੋਂ ਮਨਮੋਹਨ ਸਿੰਘ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਬਣੇ ਆ, ਉਦੋਂ ਕਿਉਂਕਿ ਉਹਨਾਂ ਨੂੰ ਲੈਫਟ ਪਾਰਟੀਆਂ ਸਪੋਰਟ ਕਰਦੀਆਂ ਸੀਗੀਆਂ, ਇਹ ਸਕੀਮ ਜਿਹੜੀ ਆ ਇਹ ਲੈਫਟ ਦਾ ਬ੍ਰੇਨ ਚਾਈਲਡ ਸੀਗਾ ਔਰ ਇਹ ਬੜੀ ਵਧੀਆ ਸਕੀਮ ਆ। ਤੇ ਇਹਨੂੰ ਲਾਗੂ ਇਸ ਤਰ੍ਹਾਂ ਚੰਗੀ ਤਰ੍ਹਾਂ ਨਾ ਕੀਤਾ ਜਾ ਸਕਿਆ ਕਿਉਂਕਿ ਕਾਂਗਰਸ ਦੀ ਜਿਹੜੀਆਂ ਰਵਾਇਤੀ ਧਿਰਾਂ ਚੱਲੀਆਂ ਆਉਂਦੀਆਂ ਰਾਜ ਕਰਦੀਆਂ, ਉਹਨਾਂ ਦੇ ਵਿੱਚ ਇਹਨੂੰ ਪ੍ਰਚਾਰਨ ਵਾਸਤੇ ਉਹਨਾਂ ਨੇ ਠੀਕ ਨਹੀਂ ਆਪਣੇ ਤਰੀਕੇ ਅਪਣਾਏ। ਔਰ ਇਹ ਗੱਲ ਠੀਕ ਹੈਗੀ ਆ
ਕਿ 100 ਦਿਨ ਮਿਨੀਮਮ 100 ਦਿਨ ਕੰਮ ਜਿਹੜਾ ਹੈਗਾ ਉਹਦੀ ਗਰੰਟੀ ਉਹ ਮਨਰੇਗਾ ਦਿੰਦੀ ਹੈਗੀ ਆ। ਤੇ ਮੇਰੇ ਲਈ ਇਹ ਅੱਜ ਨਵੀਂ ਗੱਲ ਹੈ ਜਿਹੜੀ ਤੁਸੀਂ ਦੱਸੀ ਆ ਗੁਰਭਜਨ ਹੋਰਾਂ ਦੇ ਹਵਾਲੇ ਨਾਲ, ਬਈ 5 ਏਕੜ ਦਾ ਮਾਲਕੀ ਵਾਲੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ 100 ਦਿਨ ਕੰਮ ਕਰਨ ਲਈ ਵੀ ਮੁਆਵਜ਼ਾ ਮਿਲ ਸਕਦਾ ਆ ਜਾਂ ਉਹਦੇ ਲਈ ਤਨਖਾਹ ਮਿਲ ਸਕਦੀ ਆ। ਸੋ ਇਹ ਚੇਤਨਤਾ ਦੀ ਘਾਟ ਆਪਾਂ ਕਹਿ ਸਕਦੇ ਹਾਂ। ਔਰ ਅਜੇ ਵੀ ਇਹ ਮਨਰੇਗਾ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਿਉਂਕਿ ਸਾਡਾ ਸਿਸਟਮ ਜਿਹੜਾ ਹੈ ਨਾ ਇੰਡੀਆ ਦਾ, ਉਹਦੇ ਵਿੱਚ ਕੋਈ ਵੀ ਸਕੀਮ ਚੱਲਦੀ ਆ ਤਾਂ ਉਹਦੇ ਵਿੱਚ ਕਰਪਸ਼ਨ, ਹੇਰਾਫੇਰੀ ਜਿਹੜੀ ਆ ਉਹ ਪਹਿਲਾਂ ਆ ਜਾਂਦੀ ਆ। ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਜਦੋਂ ਕਰੋਨਾ ਦੀ ਮਾਰ ਕਰਕੇ ਬਹੁਤ ਸਾਰੇ ਮਜ਼ਦੂਰ ਜਿਹੜੇ ਆ ਉਹ ਬੰਬੇ ਵਰਗੇ ਸ਼ਹਿਰਾਂ ਤੋਂ, ਦਿੱਲੀ ਵਰਗੇ ਸ਼ਹਿਰਾਂ ਤੋਂ ਯੂਪੀ ਬਿਹਾਰ ਨੂੰ ਗਏ ਸੀਗੇ, ਤਾਂ ਉਹਨਾਂ ਨੂੰ ਉੱਥੇ ਪਿੰਡਾਂ ਦੇ ਵਿੱਚ ਮਨਰੇਗਾ ਦੇ ਅਧੀਨ ਕੰਮ ਕਰਨ ਦਾ ਮੌਕਾ ਮਿਲਿਆ ਸੀਗਾ। ਸੋ ਇਹ ਚੇਤਨਤਾ ਦੀ ਘਾਟ ਅਸੀਂ ਕਹਿ ਸਕਦੇ ਹਾਂ, ਪਰ ਇਹ ਸਕੀਮ ਤਾਂ ਚੰਗੀ ਆ। ਔਰ ਜੀ ਕਾਲੂ ਸਾਹਿਬ, ਅਸਲ ਦੇ ਵਿੱਚ ਇਹਦੇ ਵਿੱਚ ਜੇ ਪ੍ਰੋਪਰਲੀ ਤੁਸੀਂ ਐਪਲੀਕੇਸ਼ਨ ਦੇ ਕੇ ਆਪਣਾ ਜੌਬ ਕਾਰਡ ਬਣਾ ਕੇ ਜੌਬ ਲੈਂਦੇ ਹੋ ਤੇ ਤੁਹਾਨੂੰ ਨਾ ਪੰਚਾਇਤ ਮਨਾ ਕਰ ਸਕਦੀ ਆ, ਨਾ ਕੋਈ ਤਹਿਸੀਲਦਾਰ ਦੀ ਹਸੀਅਤ ਆ ਵੀ ਉਹ ਮਨਾ ਕਰੇ। ਔਰ ਦੂਸਰਾ ਇਹ ਆ ਕਿ ਜੇ ਆਪਣੇ ਕੰਮ ਤੇ ਜਾਂ ਜਿਹੜਾ ਕੰਮ ਕਰ ਰਿਹਾ ਕੋਈ ਵੀ ਮਨਰੇਗਾ ਵਰਕਰ ਉਹ ਬਿਮਾਰ ਹੋ ਜਾਂਦਾ ਆ ਤੇ ਉਹਨੂੰ ਪੂਰੀ ਸੈਲਰੀ ਉਸ ਪੀਰੀਅਡ ਦੀ 100 ਦਿਨ ਦੀ ਮਿਲਦੀ ਆ। ਜੇ ਉਹਨੂੰ ਕੋਈ ਸੱਟ ਪੇਟ ਲੱਗ ਜਾਂਦੀ ਆ ਤੇ ਉਹਦਾ 4 ਲੱਖ ਦਾ ਬੀਮਾ ਆ, ਉਹਦੇ ਵਿੱਚ ਬਹੁਤ ਕੁਝ ਆ। ਪਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਲੈਫਟ ਦਾ ਬ੍ਰੇਨ ਚਾਈਲਡ ਸੀ ਤੇ ਲੈਫਟ ਫਿਰ 100 ਹੋ ਗਿਆ, ਫਿਰ ਚੇਤਨਾ ਕਿਉਂ ਨਾ ਉਹਨਾਂ ਪੈਦਾ ਕੀਤੀ ਜਾ ਕੇ ਲੋਕਾਂ 'ਚ? ਜੇ ਉਹਨਾਂ ਦਾ ਹੀ ਇਹ ਸਾਰਾ ਪ੍ਰੋਜੈਕਟ ਸੀਗਾ, ਡ੍ਰੀਮ ਪ੍ਰੋਜੈਕਟ, ਤੇ ਲੈਫਟ ਵਾਲਿਆਂ ਨੂੰ ਫਿਰ ਕੀ ਹੋ ਗਿਆ? ਆਪਾਂ ਹਮੇਸ਼ਾ ਸਰਕਾਰਾਂ ਤੇ ਸੁੱਟ ਕੇ ਕਿਉਂ ਸੁਰਖਰੂ ਹੋ ਜਾਂਦੇ ਆ? ਕਿਉਂ ਨਾ ਜਾ ਕੇ ਪਿੰਡਾਂ 'ਚ ਆਪਣੇ ਜਿਹੜਾ ਸਭ ਤੋਂ ਵੱਧ ਕਾਡਰ ਆਪਾਂ ਮੰਨਦੇ ਆ ਆਰਐਸਐਸ ਤੋਂ ਬਾਅਦ ਲੈਫਟ ਪਾਰਟੀਆਂ ਦਾ ਆ, ਤੇ ਉਹਨਾਂ ਨੂੰ ਫਿਰ ਕੀ ਤਕਲੀਫ ਹੋਈ? ਉਹ ਕਿਉਂ ਨਾ ਕਿਸਾਨਾਂ 'ਚ ਇਸ ਚੀਜ਼ ਨੂੰ ਲੈ ਕੇ ਪਹੁੰਚੇ ਜੀ? ਉਹਨਾਂ ਦੀ ਇੱਕ ਲਿਮਟਿਡ ਸਮਰੱਥਾ ਹੈਗੀ ਆ, ਸਾਰੇ ਦੇਸ਼ ਦੇ ਵਿੱਚ ਉਹਨਾਂ ਦਾ ਰਾਜ ਨਹੀਂ ਹੈ। ਨੰਬਰ 1। ਨੰਬਰ 2, ਜ਼ਰੂਰੀ ਨਹੀਂ ਸਰ, ਜੇ ਚੇਤਨਤਾ ਕਰਨੀ ਹੈ ਤਾਂ ਫਿਰ ਆਪਾਂ ਐਵੇਂ ਨਾ ਗੁਣਗਾਨ ਕਰੀ ਜਾਈਏ ਲੈਫਟ ਵਾਲਿਆਂ ਦੇ। ਲੈਫਟ ਗੁਣਗਾਨ ਨਹੀਂ ਮੈਂ ਕਰਦਾ, ਮੈਂ ਰਿਐਲਿਟੀ ਦੱਸ ਰਿਹਾ ਆ। ਮੈਂ ਬਿਲਕੁਲ ਤੁਹਾਨੂੰ ਰਿਐਲਿਟੀ ਦੱਸ ਰਿਹਾ, ਕਿਉਂਕਿ ਉਹ ਜਿਹੜੀ ਸਰਕਾਰ ਬਣੀ ਸੀਗੀ ਉਹਨੂੰ ਉਹਦੇ ਬਣਨ ਦੀ ਪ੍ਰਕਿਰਿਆ ਤੋਂ ਲੈ ਕੇ ਉਹਦੇ ਚੱਲਣ ਤੱਕ ਕੁਝ ਹੱਦ ਤੱਕ ਮੈਂ ਉਹਦੇ ਨੇੜਿਓਂ ਦੇਖਦਾ ਰਿਹਾ ਹਾਂ। ਔਰ ਜਿਹੜੇ ਸਰਕਾਰ ਚਲਾਉਣ ਵਾਲੇ ਸੀਗੇ ਉਹਨਾਂ ਬਾਰੇ ਵੀ ਮੈਨੂੰ ਵਾਕਫੀਅਤ ਹੈਗੀ ਆ। ਜਿਹੜੀ ਗੱਲ ਤੁਸੀਂ ਕਹਿੰਦੇ ਆ ਵੀ ਲੈਫਟ ਨੇ ਪ੍ਰਚਾਰ ਕਿਉਂ ਨਾ ਕੀਤਾ, ਤੁਹਾਡੀ ਸਿਧਾਂਤਕ ਤੌਰ ਤੇ ਗੱਲ ਠੀਕ ਆ, ਪਰ ਲੈਫਟ ਦਾ ਸਾਰੇ ਭਾਰਤ ਦੇ ਵਿੱਚ ਇੰਨਾ ਪ੍ਰਭਾਵ ਨਹੀਂ ਹੈ, ਪਿੰਡਾਂ ਦੇ ਵਿੱਚ ਵੀ ਇੰਨਾ ਪ੍ਰਭਾਵ ਨਹੀਂ ਹੈ ਕਿ ਉਹ ਜਾ ਕੇ ਸਿੱਖਿਅਤ ਕਰਦੇ। ਮੈਂ ਤਾਂ ਉਦਾਂ ਤੁਹਾਨੂੰ ਇਹ ਦੱਸਿਆ ਹੈਗਾ ਕਿ ਦਿਸ ਵਾਜ਼ ਦਾ ਬ੍ਰੇਨ ਚਾਈਲਡ ਆਫ ਦਾ ਲੈਫਟ। ਮੈਂ ਇਹ ਨਹੀਂ ਕਿਹਾ ਹੈਗਾ ਵੀ ਉਹਨਾਂ ਨੇ ਇਹਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਂ ਨਹੀਂ ਕੀਤਾ ਹੈਗਾ, ਮੈਂ ਤਾਂ ਵੈਸੇ ਜਾਣਕਾਰੀ ਦਿੱਤੀ ਹੈ। ਮੇਰਾ ਮਤਲਬ ਸਿਰਫ ਇਹ ਆ ਕਿ ਆਪਾਂ ਸਰਕਾਰਾਂ ਤੇ ਕਈ ਵਾਰ ਜ਼ਿੰਮੇਵਾਰੀ ਸੁੱਟਦੇ ਆ। ਬੀਇੰਗ ਸਿਟੀਜ਼ਨ ਅਸੀਂ ਖੁਦ ਵੀ ਕਈ ਵਾਰ ਅਵੇਸਲੇ ਹੁੰਨੇ ਆ। ਪੜ੍ਹੇ ਲਿਖੇ ਲੋਕ ਵੀ, ਮੈਨੂੰ ਨਹੀਂ ਪਤਾ ਕਿੰਨੇ ਕੁ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਊਗਾ। ਵੈਸੇ ਮਨਰੇਗਾ ਐਕਟ ਜਿਹੜਾ ਉਹਨੂੰ ਬਰੀਕੀ ਨਾਲ ਪੜ੍ਹਨਾ ਚਾਹੀਦਾ। ਆਪਾਂ ਕਿਸੇ ਦਿਨ ਇੱਥੇ ਵੀ ਪ੍ਰੋਫੈਸਰ ਸਾਹਿਬ ਪੂਰੀ ਡਿਬੇਟ ਕਰਾਂਗੇ ਕਿ ਕਿਸਾਨ ਹਲਕਿਆਂ 'ਚ ਪਾਪੂਲਰ ਕਿਉਂ ਨਾ ਹੋਇਆ, ਕਿਉਂ ਨਹੀਂ ਕਿਸਾਨ। ਮੈਨੂੰ ਨਹੀਂ ਲੱਗਦਾ ਪੰਜਾਬ ਦਾ ਕੋਈ ਇੱਕ ਕਿਸਾਨ ਵੀ ਜਿਹੜਾ ਮਨਰੇਗਾ ਤੋਂ ਫਾਇਦਾ ਉਠਾ ਰਿਹਾ ਹੋਵੇ। ਜਿਹੜੇ ਬਿਲਕੁਲ ਲੋਅਰ ਸਟਾਟਾ ਆ, ਜਿਨ੍ਹਾਂ ਨੂੰ ਕੋਈ ਸਮਝ ਨਹੀਂ, ਕੋਈ ਪਤਾ ਨਹੀਂ, ਉਹਨਾਂ ਦੀ ਲੁੱਟ ਖੋਹ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ, ਪੰਚਾਇਤ ਸੈਕਟਰੀ ਤੇ ਬਲਾਕ ਲੈਵਲ ਦੇ ਅਫਸਰ ਮਿਲ ਕੇ ਧਾਂਦਲੀ ਕਰ ਰਹੇ ਨੇ ਲਗਾਤਾਰ। ਤੇ ਨਾ ਹੀ ਪਿੰਡਾਂ 'ਚ ਕੋਈ ਇੰਨੇ ਸਾਲਾਂ ਦੇ ਵਿੱਚ ਮਨਰੇਗਾ ਨਾਲ ਘੱਟੋ ਘੱਟ ਪੰਜਾਬ 'ਚ ਮੈਨੂੰ ਕੋਈ ਪ੍ਰੋਜੈਕਟ ਦੇਖਦਾ ਕਿ ਉਹਨਾਂ ਨੇ ਬੜੇ ਛੱਪੜ ਬਣਾਤੇ, ਫਿਸ਼ਰੀ ਫਾਰਮ ਕਨਵਰਟ ਕਰਤੇ, ਜਾਂ ਉਸ ਲੇਬਰ ਨਾਲ ਕੋਈ ਕੰਮ ਹੋਇਆ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਹੋਵੇ। ਮੇਰੀ ਸਮਝ ਤੋਂ ਬਾਹਰ ਆ। ਅਫਸਰ ਜ਼ਰੂਰ ਉਹ 'ਚੋਂ ਖਾਣਾ ਪੀਣਾ ਆਪਣਾ ਬਣਾ ਰਹੇ ਹੋਣਗੇ ਜਾਂ ਪੰਚਾਇਤਾਂ ਬਣਾ ਰਹੀਆਂ ਹੋਣਗੀਆਂ। ਮੈਂ ਪਹਿਲਾਂ ਹੀ ਤੁਹਾਨੂੰ ਗਿੱਲ ਸਾਹਿਬ ਬੇਨਤੀ ਕੀਤੀ ਆ ਵੀ ਸਾਡੇ ਕੋਈ ਵੀ ਸਕੀਮ ਜਦੋਂ ਆਉਂਦੀ ਆ ਨਾ, ਬਈ ਉਹਦੇ ਵਿੱਚੋਂ ਅਸੀਂ ਖਾਣਾ ਕਿੱਦਾਂ, ਕਰਪਸ਼ਨ ਕਿੱਦਾਂ ਕਰਨੀ ਹੈ, ਇਹ ਪਹਿਲਾਂ ਗੱਲ ਆ ਜਾਂਦੀ ਆ। ਔਰ ਮਨਰੇਗਾ ਬਾਰੇ ਆਮ ਪ੍ਰਭਾਵ ਇਹ ਆ ਕਿ ਇਹ ਜਿਹੜੇ ਪੇਂਡੂ ਮਜ਼ਦੂਰ ਆ ਉਹਨਾਂ ਵਾਸਤੇ ਆ, ਯਾਨੀ ਕਿ ਇਹ ਪ੍ਰੋਜੈਕਟ ਜਿਹੜਾ ਹੈਗਾ ਇਹ ਕਿਸਾਨਾਂ ਵਾਸਤੇ ਜਾਂ ਜਿਹੜੇ 5 ਏਕੜ ਵਾਲੇ ਆ ਉਹਨਾਂ ਦੀ ਗੱਲ ਤੱਕ ਤੇ ਦੂਰ ਦੀ ਗੱਲ ਹੈਗੀ ਆ। ਆਮ ਪ੍ਰਭਾਵ ਇਹ ਆ ਵੀ ਇਹ ਲੇਬਰ ਵਾਸਤੇ ਆ, ਯਾਨੀ ਕਿ ਜਿਹੜੇ ਪੇਂਡੂ ਮਜ਼ਦੂਰ ਆ ਉਹਨਾਂ ਵਾਸਤੇ ਆ ਜੀ। ਚਲੋ ਆਪਾਂ ਹੁਣ ਅਗਲੀ ਖਬਰ ਵੱਲ ਵਧਦੇ ਹਾਂ ਕਿ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਨੀਤੀ ਆਯੋਗ ਦੇ ਜਿਹੜੇ ਰਮੇਸ਼ ਚੰਦ ਨੇ ਮੈਂਬਰ ਖੇਤੀਬਾੜੀ ਵਾਲੇ ਪਾਸਿਓਂ, ਉਹਨਾਂ ਦਾ ਇੱਕ ਬਿਆਨ ਜਿਹੜਾ ਕੱਲ ਡਿਸਕਸ ਕੀਤਾ ਉਹ ਤੇ ਵੱਖਰਾ ਸੀ। ਇੱਕ ਬਿਆਨ ਹੁਣ ਉਹਨਾਂ ਦਾ ਆਇਆ ਅੱਜ ਦੀ ਡੇਟ ਦੇ ਵਿੱਚ ਕਿ ਜਿਹੜਾ ਕਿਸਾਨ ਲੀਡਰਸ਼ਿਪ ਆ ਉਹਨਾਂ ਨੂੰ ਥੋੜਾ ਜਿਹਾ ਹਾਂ ਪੱਖੀ ਕਰਨਾ ਚਾਹੀਦਾ ਆ ਸਰਕਾਰ ਦੇ ਨਾਲ, ਤੇ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਆ।
ਤੇ ਗੱਲਬਾਤ ਲਈ ਤੇ ਕਿਸਾਨ ਲੀਡਰਸ਼ਿਪ ਲਗਾਤਾਰ ਚਿੱਠੀਆਂ ਲਿਖ ਰਹੀ ਆ ਔਰ ਕਹਿ ਰਹੀ ਆ ਕਿ ਸਾਡੇ ਨਾਲ ਗੱਲ ਕਰੋ। ਤੇ ਸਰਕਾਰ ਹੁਣ ਜਿਸ ਤਰੀਕੇ ਨਾਲ ਕਰ ਰਹੀ ਆ, ਇੱਕ ਤੇ ਤੋਂ ਸੰਕੇਤ ਮਿਲਦਾ ਹੈ ਕਿ ਸਰਕਾਰ ਗੱਲ ਕਰਨਾ ਚਾਹੁੰਦੀ ਆ। ਤੇ ਜਿਹੜਾ ਕਾਨੂੰਨ ਲਿਆਂਦਾ ਸੀ ਮੰਡੀ ਵਾਲਾ, ਮੰਡੀਕਰਨ ਢਾਂਚਾ, ਉਹਨੂੰ ਉਹ ਰੱਖਣਾ ਚਾਹੁੰਦੀ ਆ ਕਿ ਉਹ ਤੋਂ ਅਸੀਂ ਬਾਹਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵਾਂਗੇ। ਤੇ ਕੱਲ ਦਾ ਬਿਆਨ ਇਹਨਾਂ ਦਾ ਇਹ ਸੀ ਕਿ ਦਾਲਾਂ ਜਿਹੜੀਆਂ ਨੇ ਜਾਂ ਕੁਝ ਹੋਰ ਤੇਲ ਬੀਜ ਨੇ, ਉਹਨਾਂ ਦੇ ਉੱਤੇ ਵੀ MSP ਜਿਹੜੀ ਆ ਉਹ ਸਰਕਾਰ ਦੇਣ ਲਈ ਰਜ਼ਾਮੰਦ ਹੋ ਸਕਦੀ ਆ। ਤੇ ਝੋਨੇ ਤੇ ਕਣਕ ਦੇ ਚੱਕਰ ਚੋਂ ਨਿਕਲਣਾ ਜ਼ਰੂਰੀ ਆ। ਇਹ ਸਰਦਾਰਾ ਸਿੰਘ ਹੋਰਾਂ ਦਾ ਵੀ ਕੱਲ ਮੈਂ ਡਿਸਕਸ ਕਰ ਰਿਹਾ ਸੀਗਾ, ਸੁਸ਼ੀਲ ਰਾਣਾ, ਤੁਹਾਡੇ ਨਾਲ ਤਾਂ ਗੱਲ ਨਹੀਂ ਸੀ ਹੋਈ। ਸੋ ਉਹਨਾਂ ਨੇ ਇੱਕ ਤਾਂ ਕਿਹਾ ਆ ਕਿ ਜਿਹੜਾ ਅਮਰ ਸਿੰਘ ਟਕੈਤ ਦਾ ਬਿਆਨ ਆਇਆ ਵਾ ਕਿ ਅਸੀਂ ਗੱਲਬਾਤ ਸ਼ੁਰੂ ਕਰਨੀ ਚਾਹੁੰਦੇ ਆ, ਉਹਦਾ ਉਹਨਾਂ ਸਵਾਗਤ ਕੀਤਾ ਆ। ਤੇ ਉਹਨਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਜਿਹੜੀ ਮੰਗ ਕਿਸਾਨ ਕਰ ਰਹੇ, ਉਹ ਤੋਂ ਹਟ ਕੇ ਅਗਰ ਉਹਨੂੰ ਠੀਕ ਤਰੀਕੇ ਨਾਲ ਇਹਨੂੰ ਕਰਾਉਣਾ ਚਾਹੁੰਦੇ ਆ ਤੇ ਦੁਬਾਰਾ ਗੱਲਬਾਤ ਸਰਕਾਰ ਕਰ ਸਕਦੀ ਆ। ਅੜੀ ਮੈਨੂੰ ਲੱਗਦਾ ਇੱਥੇ ਕੀ ਅੜੀ ਹੋਈ ਆ ਕਿ ਕਿਸਾਨ ਚਾਹੁੰਦੇ ਆ ਕਿ ਟੋਟਲ ਰੱਦ ਕਰ ਦਿਓ ਤੇ ਸਰਕਾਰ ਚਾਹੁੰਦੀ ਆ ਕੋਈ ਵਿਚਲਾ ਰਾਹ ਕੱਢ ਲਓ। ਤੇ ਹੁਣ ਕਿੱਧਰ ਨੂੰ ਗੱਲ ਜਾਂਦੀ ਆ ਇਹਦਾ ਪਤਾ ਨਹੀਂ। ਤੇ ਮੁੜ ਸੰਕੇਤ ਜਿਹੜੇ ਨੀਤੀਯੋਗ ਤੋਂ ਜਾਂ ਸਰਕਾਰੀ ਪੱਖ ਤੋਂ ਆ ਰਹੇ ਆ, ਤੇ ਇਹਨੂੰ ਕੋਈ ਹਾਂਵਾਚਕ ਗੱਲ ਕਹਿ ਸਕਦੇ ਆ ਜਾਂ ਨਹੀਂ? ਇਹਨੂੰ ਹਾਂਵਾਚਕ ਗੱਲ ਕਹਿ ਸਕਦੇ ਆ ਜੀ, ਕਿਉਂਕਿ ਕਿਸਾਨ ਲਹਿਰ ਦਾ ਕਿਸਾਨ ਅੰਦੋਲਨ ਦਾ ਜਿਹੜਾ ਪ੍ਰੈਸ਼ਰ ਆ, ਉਹ ਦਬਾਅ ਜਿਹੜਾ ਹੈ ਉਹ ਲਗਾਤਾਰ ਬਣਿਆ ਹੋਇਆ। ਔਰ ਆ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਉਹਨਾਂ ਤੋਂ ਬਾਅਦ ਹੋਰ ਵੱਧ ਗਿਆ। ਔਰ ਯੂਪੀ ਦੀਆਂ ਪੰਚਾਇਤ ਚੋਣਾਂ ਹਾਰਨ ਤੋਂ ਬਾਅਦ ਤੇ ਆ ਜਿਹੜੀਆਂ ਹੁਣ ਹਰਿਆਣੇ ਦੀਆਂ ਘਟਨਾਵਾਂ ਹੋਈਆਂ ਆ ਕਿ ਕਿਸੇ MLA ਨੇ ਕਿਸਾਨਾਂ ਨੂੰ ਮੰਦਾ ਚੰਗਾ ਬੋਲ ਦਿੱਤਾ ਤੇ ਪੁਲਿਸ ਨੇ ਵੀ ਉਹਨਾਂ ਨੂੰ ਲਾਠੀ ਚਾਰਜ ਕੀਤਾ, ਫੜ ਲਿਆ ਤੇ ਐਜੀਟੇਸ਼ਨ ਕਰਕੇ, ਜਿਨ੍ਹਾਂ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਹੁਣੀ ਤੇ ਰਕੇਸ਼ ਟਕੈਤ ਵੀ ਗਏ। ਔਰ ਤੁਹਾਨੂੰ ਪਤਾ ਹੋਣਾ ਗਿੱਲ ਸਾਹਿਬ ਕਿ ਪੰਜਾਬ ਦੇ ਦੋ ਜਿਹੜੇ ਸਾਬਕਾ ਵਜ਼ੀਰ ਆ, ਪੰਡਿਤ ਮੋਹਨ ਲਾਲ ਤੇ ਆਪਣੇ ਅਨਿਲ ਜੋਸ਼ੀ ਜਿਹੜੇ ਆ, ਉਹ ਵੀ ਇਸ ਗੱਲ ਤੇ ਆਏ ਆ ਬਈ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਸਾਨੂੰ ਜਿਹੜਾ ਉਹ ਲੋਕਾਂ ਕੋਲ ਜਾਣਾ ਮੁਸ਼ਕਲ ਹੋ ਰਿਹਾ ਹੈਗਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਆ ਉਹ ਮੰਨੀਆਂ ਜਾਣ। ਸੋ ਮੈਂ ਮਹਿਸੂਸ ਕਰਦਾ ਵੀ ਜੇ ਨੀਤੀ ਆਯੋਗ ਦਾ ਜਿਹੜਾ BJP ਦਾ ਮੈਂਬਰ ਆ ਜਾਂ ਜਿਹੜੇ BJP ਦੇ ਮੰਤਰੀ, ਸਾਬਕਾ ਮੰਤਰੀ ਆ ਪੰਜਾਬ ਦੇ ਵਿੱਚ, ਜਾਂ ਅੱਜ ਮੈਂ ਇੱਕ ਡਿਬੇਟ ਸੁਣ ਰਿਹਾ ਸੀਗਾ ਜੀ, ਉਹਦੇ ਵਿੱਚ ਮਸਲਾ ਤਾਂ ਕੋਈ ਹੋਰ ਸੀਗਾ ਤੇ ਆਪਣੇ ਰਜਿੰਦਰ ਭੰਡਾਰੀ ਹੋਰੀ ਕਹਿ ਰਹੇ ਸੀਗੇ ਕਿ ਭਈ ਮੇਰੇ ਘਰ ਦੇ ਸਾਹਮਣੇ ਵੀ 200 ਬੰਦਾ ਜਿਹੜਾ ਉਹ ਧਰਨਾ ਮਾਰ ਕੇ ਬੈਠਾ ਆ। ਸੋ ਮੋਹਨ ਲਾਲ ਹੁਣੀ ਤੇ ਆਪਣੇ ਜੋਸ਼ੀ ਸਾਹਿਬ ਤਾਂ ਸ਼ਰੇਆਮ ਸਾਹਮਣੇ ਆ ਗਏ ਆ। ਔਰ ਕਈ ਜਿਹੜੇ ਆ ਉਹ ਨਹੀਂ ਪਬਲਿਕਲੀ ਗੱਲ ਕਰਦੇ ਤੇ ਸਰਕਾਰ ਤੇ ਆਪਣੀ ਪਾਰਟੀ ਦੇ ਉੱਤੇ ਜ਼ਰੂਰ ਉਹ ਜਿਹੜੇ ਫੋਰਮ ਉਹਨਾਂ ਦੇ ਵਿੱਚ ਗੱਲ ਕਰਦੇ ਹੋਣਗੇ। ਔਰ ਜਿਹੜੀ ਗੱਲ ਹੈਗੀ ਆ ਹਾਂ ਪੱਖੀ ਹੋਣ ਦੀ, ਕਿਸਾਨ ਤਾਂ ਸ਼ੁਰੂ ਤੋਂ ਹੀ ਹਾਂ ਪੱਖੀ ਆ। 11 ਜਨਵਰੀ ਤੱਕ ਜਿਹੜੀ ਗੱਲਬਾਤ ਚੱਲੀ ਆ ਉਹ ਇਹਨੇ ਕਿਸਾਨਾਂ ਨੇ ਤਾਂ ਤੋੜੀ ਨਹੀਂ, ਉਹ ਤਾਂ ਸਰਕਾਰ ਨੇ ਤੋੜੀ ਹੈਗੀ ਆ। ਔਰ ਬੜੀ ਵਾਰੀ ਉਹਨਾਂ ਨੂੰ ਕਿਹਾ, ਪ੍ਰਧਾਨ ਮੰਤਰੀ ਨੇ ਵੀ ਕਿਹਾ ਵੀ ਮੈਂ ਤਾਂ ਜੀ ਇੱਕ ਟੈਲੀਫੋਨ ਦੀ ਦੂਰੀ ਤੇ ਆ ਤੁਹਾਡੇ ਕੋਲੋਂ। ਤੇ ਇਹ ਜਿਹੜਾ ਮਸਲਾ ਹੈ ਹੁਣ ਮੈਨੂੰ ਲੱਗਦਾ ਇਹ ਆ ਵੀ ਕਿਸਾਨ ਜਿਹੜੇ ਪਿਛਲੇ 1 ਸਾਲ ਤੋਂ ਜਦੋਜਹਿਦ ਕਰ ਰਹੇ ਆ, ਅੰਦੋਲਨ ਕਰ ਰਹੇ ਆ, ਉਹਨਾਂ ਦੀ ਮੰਗ ਇਹ ਹੈਗੀ ਆ ਕਿ ਬਈ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਲਏ ਜਾਣ। ਉਹਨਾਂ ਨੇ ਇਹਦਾ ਪ੍ਰਚਾਰ ਕਰ ਦਿੱਤਾ ਹੈਗਾ, ਇਹਨਾਂ ਠੋਕ ਕੇ ਉੱਤੇ ਪਹਿਰਾ ਦੇ ਰਹੇ ਆ। ਵੀ ਮੈਨੂੰ ਪਰਸਨਲੀ ਇਹ ਲੱਗਦਾ ਹੈਗਾ ਕਿ ਉਹਨਾਂ ਲਈ ਹੁਣ ਇਸ ਮੰਗ ਤੋਂ ਪਿੱਛੇ ਜਾਣਾ ਜਿਹੜਾ ਉਹ ਮੁਸ਼ਕਲ ਆ। ਤੇ ਉਹਨਾਂ ਨੂੰ ਇਹ ਵੀ ਪਤਾ ਆ ਕਿ ਜਿਸ ਕਦਰ ਹੁਣ ਅੰਦੋਲਨ ਸਿਖਰ ਤੇ ਪਹੁੰਚਿਆ ਆ, ਜਿਸ ਤਰ੍ਹਾਂ ਲੋਕਾਂ ਦੇ ਵਿੱਚ ਉਭਾਰ ਆ, ਇਹੋ ਜਿਹਾ ਉਭਾਰ ਮੁੜ ਕੇ ਲਿਆਉਣਾ ਜਿਹੜਾ ਉਹ ਬਹੁਤ ਮੁਸ਼ਕਲ ਆ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਆ ਵੀ ਉਹ ਜਿਹੜੇ ਸਰਕਾਰ ਹਾਂ ਪੱਖੀ ਕਹਿੰਦੀ ਆ, ਉਹਨਾਂ ਦਾ ਮਤਲਬ ਇਹ ਆ ਵੀ ਇਹ ਆਪਣੀਆਂ ਜਿਹੜੀ ਇਹ ਮੰਗ ਆ ਵੀ ਵਾਪਸ ਲੈ ਲਓ ਕਾਨੂੰਨ, ਉਹਨੂੰ ਛੱਡ ਦੇਣ। ਮੈਨੂੰ ਲੱਗਦਾ ਨਹੀਂ ਕਿਸਾਨ ਇਸ ਗੱਲ ਲਈ ਸਹਿਮਤ ਹੋਣ। ਪ੍ਰੋਫੈਸਰ ਸਾਹਿਬ, ਜਿਹੜੀ ਅਕਾਲੀ ਸਰਕਾਰ 10 ਸਾਲ ਰਹੀ ਸੀ ਪੰਜਾਬ ਦੀ, ਤੇ ਉਹਨੇ ਇੱਕ ਬੜੀ ਨਕੰਮੀ ਪਿਰਤ ਪਾਈ ਸੀ। ਵੈਸੇ ਤੇ ਪਿਰਤ ਪਹਿਲਾਂ ਵੀ ਹੈਗੀ, ਸਰਕਾਰੀ ਡਿਪਾਰਟਮੈਂਟਾਂ 'ਚ ਚੱਲਦੀ ਹੁੰਦੀ ਸੀ ਕਿ ਜਿਹੜਾ ਪਲੈਨਿੰਗ ਬੋਰਡ ਦਾ ਪੈਸਾ, ਪਲੈਨਿੰਗ ਦਾ ਪੈਸਾ ਹੁੰਦਾ, ਜਿੱਦਾਂ ਬਜਟ ਦੀ ਇੱਕ ਪਲੈਨਿੰਗ ਦਾ ਪੈਸਾ ਹੁੰਦਾ, ਇੱਕ ਅਨਪਲੈਨਡ ਪੈਸਾ ਹੁੰਦਾ, ਤੁਸੀਂ ਉਹਨੂੰ ਬਿਹਤਰ ਜਾਣਦੇ ਹੋ ਮੇਰੇ ਨਾਲੋਂ,
ਤੇ ਹਾਂਜੀ, ਉਹਨੂੰ ਨਾਨ ਪਲਾਨ ਕਹਿੰਦੇ ਆ। ਹਾਂਜੀ, ਜਿਹੜਾ ਪਲਾਨ ਪੈਸਾ ਹੁੰਦਾ ਉਹਦੇ ਵਿੱਚ ਸਰਕਾਰ ਸਕੀਮ ਬਣਾਉਂਦੀ ਆ ਕਿ ਫਲਾਣੇ ਸਕੂਲ ਨੂੰ ਅਸੀਂ ਅਪਗ੍ਰੇਡ ਕਰਨਾ, ਉੱਥੇ ਇੰਨੀ ਬਿਲਡਿੰਗ ਬਣਾਉਣੀ ਆ, ਇੰਨੇ ਕਮਰੇ ਬਣਾਉਣੇ ਆ, ਜਾਂ ਕੋਈ ਵੀ ਹੋਰ ਵਿਕਾਸ ਦੇ ਕੰਮ ਜਿਹੜੇ ਹੁੰਦੇ ਆ। ਤੇ ਹੁੰਦਾ ਇਹ ਆ ਕਿ ਬਾਕੀ ਉਹਦੇ ਹੈੱਡ ਬਦਲ ਦਿੱਤੇ ਜਾਂਦੇ ਆ ਥੱਲੜੇ ਲੈਵਲ ਤੇ। ਕਈ ਵਾਰ ਪੈਸਾ ਆਇਆ ਹੁੰਦਾ, ਸਪੋਜ਼ ਕਰੋ ਮੈਂ PWD ਦੀ ਐਗਜ਼ਾਮਪਲ ਦੇਣਾ, ਮੈਂ ਕੰਮ ਕੀਤਾ ਉਹਦੇ ਵਿੱਚ ਬੜੇ ਜੂਨੀਅਰ ਲੈਵਲ ਤੇ, ਜੂਨੀਅਰ ਇੰਜੀਨੀਅਰ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ। ਤੇ ਉੱਥੇ ਮੈਂ ਵੇਖਦਾ ਆ ਕਿ ਅਸੀਂ ਸਾਰਾ ਸਾਲ ਕੀ ਕਰਦੇ ਸੀਗੇ ਕਿ ਸਕੂਲਾਂ ਦੇ ਫੰਡ ਹੁੰਦੇ ਸੀਗੇ ਸਾਡੇ ਕੋਲ, ਪਰ ਅਸੀਂ ਕਦੀ ਵੀ ਉਸ ਸਕੂਲ ਤੇ ਪੈਸੇ ਬਹੁਤ ਘੱਟ ਲੱਗਦੇ ਸੀ। ਜਿੱਦਾਂ ਐਨੂਅਲ ਰਿਪੇਅਰ ਹੁੰਦੀ ਆ ਸਾਲ ਦੇ, ਉਹਦੇ ਪੈਸੇ ਆਉਂਦੇ ਆ, ਤੇ ਕਾਗਜ਼ਾਂ ਦੇ ਵਿੱਚ ਜਾਲੀਆਂ ਬਦਲ ਦਿੱਤੀਆਂ ਜਾਂਦੀਆਂ, ਹਰ ਸਾਲ ਕਲੀ ਕਰਾ ਦਿੱਤੀ ਜਾਂਦੀ ਆ, ਤੇ ਉਹ ਪੈਸੇ ਕਿਸੇ ਹੋਰ ਜਗ੍ਹਾ ਜਿਹੜੇ ਆ ਉਹ ਜਿੱਦਾਂ ਰਾਖ ਕਰਮਚਾਰੀ ਆ ਉਹਨਾਂ ਦੀਆਂ ਤਨਖਾਹਾਂ ਤੇ ਜਾਂ ਕਈ ਹੋਰ ਇਹੋ ਜਿਹੇ ਖਰਚੇ ਜਿਹੜੇ ਨਿੱਕੇ ਮੋਟੇ ਨਿਕਲਦੇ ਆ ਉਹਨਾਂ ਦੇ ਪਾ ਲਏ ਜਾਂਦੇ ਆ, ਤੇ ਉਹਨਾਂ ਦੇ ਬਿੱਲ ਬਣਾ ਲਏ ਜਾਂਦੇ ਆ ਠੇਕੇਦਾਰਾਂ ਕੋਲੋਂ ਛੋਟੇ ਛੋਟੇ, ਤੇ ਉਹਨਾਂ ਨੂੰ ਕੁਝ ਪਰਸੈਂਟੇਜ ਦੇ ਕੇ ਤੇ ਪੇਮੈਂਟਾਂ ਕਰ ਦਿੱਤੀਆਂ ਜਾਂਦੀਆਂ। ਮੈਂ ਤਾਂ ਕਈ ਵਾਰ ਇੱਥੋਂ ਤੱਕ ਕਹਿਣਾ ਹੈ ਕਿ ਇੱਕ ਬੜਾ ਅਜੀਬ ਵਰਤਾਰਾ ਆ ਕਿ ਇੰਟਰਨੈਸ਼ਨਲ ਸਾਡੀ ਮੀਟਿੰਗ ਹੁੰਦੀ ਸੀ ਮੰਥਲੀ ਬਾਰਡਰ ਦੀ। ਮੈਂ ਕਈ ਸਾਲ ਉੱਤੇ ਰਿਹਾ, ਮੇਰੇ ਕੋਲ ਬਾਰਡਰ ਦਾ ਏਰੀਆ ਹੁੰਦਾ ਸੀਗਾ, ਭਿੱਖੀਵਿੰਡ ਨਹੀਂ ਜੀ, ਮੈਂ ਕਹਾਂ ਜੇ ਉੱਪਰੋਂ ਪਿੰਡੀ ਸੈਦਾ ਤੋਂ ਲੈ ਕੇ ਤੇ ਜਲਗਾਉਂ ਕਿਹੜੀ ਪੋਸਟ ਹੁੰਦੀ ਸੀ ਉੱਥੋਂ ਤੱਕ, ਫਿਰੋਜ਼ਪੁਰ ਤੱਕ, ਤੇ ਬਾਰਡਰ ਦੇ ਉੱਤੇ ਅਸੀਂ ਬਣਾਉਂਦੇ ਸੀਗੇ ਪਿਲਰ। ਤੇ ਸਾਡੀਆਂ ਮੰਥਲੀ ਮੀਟਿੰਗ ਹੁੰਦੀਆਂ ਸੀ ਪਾਕਿਸਤਾਨ ਦੇ ਇੰਜੀਨੀਅਰਸ ਦੇ ਨਾਲ, ਜਿਹੜੀਆਂ ਸਾਲ ਚ ਹੁੰਦੀਆਂ ਸੀਗੀਆਂ। ਇੱਕ ਵਾਰੀ ਰੇਂਜਰਸ ਕਰਦੇ ਸੀ, ਇੱਕ ਵਾਰੀ BSF ਕਰਦਾ ਸੀਗਾ, ਤੇ ਬਾਕੀ ਮੀਟਿੰਗ ਜਿਹੜੀਆਂ ਸੀਗੀਆਂ ਇੱਕ ਵਾਰੀ ਪਾਕਿਸਤਾਨ ਵਾਲੇ ਪਾਸੇ, ਇੱਕ ਵਾਰੀ ਸਾਡੇ ਪਾਸੇ। ਮੰਥਲੀ ਮੀਟਿੰਗ ਅਸੀਂ ਕੰਡਕਟ ਕਰਦੇ ਸੀ, PWD ਪਾਕਿਸਤਾਨ ਤੇ ਇੰਡੀਆ। ਉਹਦਾ ਵੀ ਜਿਹੜਾ ਚਾਹ ਪਾਣੀ ਦਾ ਖਰਚਾ ਹੁੰਦਾ ਸੀਗਾ ਉਸ ਸਮੇਂ 'ਚ ਕੋਈ 5-7 ਹਜ਼ਾਰ ਰੁਪਈਆ ਜਾਂ 10 ਹਜ਼ਾਰ ਰੁਪਈਆ ਲੱਗ ਜਾਂਦਾ ਸੀਗਾ। ਤੇ ਉਹਦੇ ਲਈ ਵੀ ਖਰਚਾ ਜਿਹੜਾ ਭਕਨੇ ਸਕੂਲ ਦੀ ਅਸੀਂ ਐਨੂਅਲ ਰਿਪੇਅਰ ਚੋਂ ਕੱਢ ਕੇ ਪਾ ਦਿੰਦੇ ਸੀ। ਭਕਨੇ ਸਕੂਲ ਦੀਆਂ ਅਸੀਂ ਜਾਲੀਆਂ ਬਦਲ ਦਿੱਤੀਆਂ ਨੇ, ਤੇ ਉੱਥੇ ਜਾਂਦਾ ਅਫਸਰਾਂ ਦੀ ਚਾਹ ਪਾਣੀ ਦਾ ਸੀਗਾ। ਯਾਨੀ ਕਿ ਇਸ ਕੰਮ ਲਈ ਵੀ ਟਰਾਂਸਪੇਰੈਂਸੀ ਇੱਥੇ ਹੈ ਨਹੀਂ ਸੀ ਬਿਲਕੁਲ, ਔਰ ਸਾਰਾ ਕੁਝ ਅਫਸਰਾਂ ਦੀ ਮਰਜ਼ੀ ਨਾਲ ਹੁੰਦਾ ਸੀਗਾ। ਤੇ ਜਾਲੀ ਬਿੱਲ ਬਣਦੇ ਸੀਗੇ, ਹੋਟਲ ਨੂੰ ਦੇਣੇ ਹੁੰਦੇ ਸੀ, ਇੰਪੀਰੀਅਲ ਹੋਟਲ ਨੂੰ ਪੈਸੇ ਤੇ ਦੇਤੇ ਜਾਂਦੇ ਸੀ ਠੇਕੇਦਾਰਾਂ ਕੋਲੋਂ ਕਿ ਸਕੂਲ ਦੀਆਂ ਬਾਰੀਆਂ ਬਦਲਤੀਆਂ, ਕਲੀ ਕਰਾ ਦਿੱਤੀ। ਮਤਲਬ ਇਸ ਤਰ੍ਹਾਂ ਦੀ ਉੱਥੇ ਪ੍ਰੈਕਟਿਸ ਚੱਲਦੀ ਆ, ਜਿਹਦੇ ਕਰਕੇ ਬਹੁਤ ਜ਼ਿਆਦਾ ਗੜਬੜ ਹੁੰਦੀ ਆ। ਤੇ ਹੁਣ ਜਿਹੜੀ ਖਬਰ ਤੋਂ ਮੈਂ ਤੁਹਾਨੂੰ ਇਹ ਤੇ ਲਿਆਉਣਾ ਚਾਹੁੰਦਾ ਸੀਗਾ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ, ਜਿਹੜਾ ਸਾਨੂੰ ਮੰਡੀ ਸਿਸਟਮ ਚੋਂ ਮਿਲਦਾ ਪੰਜਾਬ ਸਟੇਟ ਨੂੰ, ਉਹ ਕੋਈ ਝੋਨੇ ਦਾ ਤੇ ਕਣਕ ਦਾ ਜਿਹੜਾ ਸੀਜ਼ਨ ਪਿਛਲੇ ਲੰਘੇ ਆ, 1539 ਕਰੋੜ ਰੁਪਈਆ ਪੰਜਾਬ ਦਾ ਖੜਾ ਵਾ ਸੈਂਟਰ ਗੌਰਮੈਂਟ ਵੱਲ। ਤੇ ਸਰਕਾਰ ਪੰਜਾਬ ਦੀ ਬਹੁਤ ਬੁਰੀ ਵਿੱਤੀ ਹਾਲਤ ਚੋਂ ਲੰਘ ਰਹੀ ਆ, ਤੇ ਸੈਂਟਰ ਕਹਿੰਦਾ ਆ ਕਿ ਪਹਿਲੋਂ ਪਿਛਲੇ ਸਾਲਾਂ ਦਾ ਹਿਸਾਬ ਕਿਤਾਬ ਦਿਓ ਵੀ ਜਿਹੜਾ ਵਿਕਾਸ ਫੰਡ ਹੀ ਤੁਸੀਂ ਕਿੱਥੇ ਕਿੱਥੇ ਪ੍ਰੋਪਰਲੀ ਖਰਚਿਆ। ਤੇ ਇਸੇ ਤਰ੍ਹਾਂ ਹੀ ਜਿਹੜਾ GST ਦਾ ਪੈਸਾ ਆ, ਉਹ ਵੀ ਸਟੇਟਾਂ ਨੂੰ ਤਰਸਾ ਕੇ ਆਪਣੀ ਮਰਜ਼ੀ ਨਾਲ ਕੇਂਦਰ ਦਿੰਦਾ, ਆਪਣੇ ਕੋਲ ਸਾਰੇ ਅਧਿਕਾਰ ਉਹਨਾਂ ਲੈ ਲਿਆ। ਤੇ ਫਿਰ ਡਿਵੈਲਪਮੈਂਟ ਕਿੱਦਾਂ ਹੋ ਸਕਦੀ ਆ ਜੇ ਕੋਈ ਸਰਕਾਰ ਕਰਨੀ ਵੀ ਚਾਹਵੇ ਇਸ ਸਿਸਟਮ ਦੇ ਵਿੱਚ? ਤੇ ਬਹੁਤ ਪੋਸੀਬਿਲਿਟੀ ਘੱਟ ਆ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਕਿ ਜਿਹੜੀ ਆ ਰੂਰਲ ਡਿਵੈਲਪਮੈਂਟ ਦੇ ਪੈਸੇ ਨੇ, GST ਦੇ ਪੈਸੇ ਨੇ, ਤੇ ਜਿਸ ਤਰੀਕੇ ਦਾ ਵਰਤਾਰਾ ਮੈਂ ਦੱਸ ਰਿਹਾ ਵੀ ਥੱਲੇ ਹੁੰਦਾ ਆ, ਹੈੱਡ ਬਦਲੇ ਜਾਂਦੇ ਆ, ਕਿਤੇ ਦਾ ਪੈਸਾ ਕਿਤੇ ਲਾਇਆ ਜਾਂਦਾ ਆ, ਤੇ ਇਹ ਕਿੱਥੋਂ ਦਰੁਸਤੀ ਹੋ ਸਕਦੀ ਹੈ? ਇਹ ਗਿੱਲ ਸਾਹਿਬ ਇਦਾਂ ਦੀ ਗੱਲ ਹੀ ਆ ਵੀ ਜੇ ਆਪਾਂ ਪਿੰਡ ਦੇ ਪੱਧਰ ਤੇ ਦੇਖੀਏ ਤੇ ਜਿਹੜਾ ਕਰਜ਼ਾਈ ਬੰਦਾ ਆ, ਉਹ ਭਾਵੇਂ ਕਿਸਾਨ ਹੋਵੇ ਜਾਂ ਦੁਕਾਨਦਾਰ ਹੋਵੇ ਜਾਂ ਕੋਈ ਵੀ ਹੋਵੇ, ਉਹ ਕਿੱਥੋਂ ਆਪਣਾ ਵਿਕਾਸ ਕਰ ਲਏਗਾ। ਸੋ ਘਰਾਂ ਦੇ ਭਾਂਡੇ ਵੇਚ ਕੇ ਜਿਹੜੇ ਵਿਕਾਸ ਆ ਨਾ ਨਹੀਂ ਕੀਤੇ ਜਾ ਸਕਦੇ। ਪੰਜਾਬ ਕਿੰਨੇ ਚਿਰ ਦਾ ਕਰਜ਼ਾਈ ਆ, ਜਦੋਂ ਦੀਆਂ ਇੱਥੇ ਅੱਤਵਾਦ ਦਾ ਦੌਰ ਸੀਗਾ, ਆਪਣੇ ਜਿਹੜੀਆਂ ਫੋਰਸਿਸ ਇੱਥੇ ਰਹੀਆਂ ਉਹਨਾਂ ਦਾ ਵੀ ਸਾਰਾ ਖਰਚਾ ਪਿਆ। ਉਹ ਇੱਕ ਵੱਖਰਾ ਹੀ ਵਿਸ਼ਾ ਆ ਵੀ ਉਹ ਪੈਣਾ ਚਾਹੀਦਾ ਸੀ ਜਾਂ ਕਿ ਨਹੀਂ ਪੈਣਾ ਚਾਹੀਦਾ ਸੀਗਾ। ਪਰ ਉਸ ਤੋਂ ਬਾਅਦ ਵੀ ਪੰਜਾਬ ਨੇ ਕੋਈ ਡਿਵੈਲਪਮੈਂਟ ਵਾਲੇ ਪਾਸੇ ਨੂੰ ਧਿਆਨ ਨਹੀਂ ਕੀਤਾ। ਅਰਥ ਸ਼ਾਸਤਰੀ ਦੱਸਦੇ ਆ ਵੀ ਤੁਸੀਂ ਕਿੱਥੋਂ ਕਿੱਥੋਂ ਪੈਸੇ ਜਿਹੜੇ ਉਹ ਲੈ ਸਕਦੇ ਆ, ਪਰ ਬਦਕਿਸਮਤੀ ਨੂੰ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ, ਉਹ ਭਾਵੇਂ ਪਿਛਲੀ ਰਾਜ ਕਰਨ ਵਾਲੀ ਲੀਡਰਸ਼ਿਪ ਹੋਵੇ ਜਾਂ ਹੁਣ ਵਾਲੀ, ਇਹਨਾਂ ਦਾ ਜ਼ਿਆਦਾ ਧਿਆਨ ਤਾਂ ਇਸ ਗੱਲ ਵੱਲ ਰਹਿੰਦਾ ਆ ਕਿ ਅਸੀਂ ਆਪਣੇ ਘਰ ਕਿਵੇਂ ਭਰਨੇ ਆ। ਸੋ ਇਸ ਕਰਕੇ ਇਹ ਡਿਵੈਲਪਮੈਂਟ ਦੇ ਪੰਜਾਬ ਦੇ ਚਾਂਸ ਤਾਂ ਹੋ ਸਕਦੇ ਆ ਜੇ ਇਮਾਨਦਾਰੀ ਨਾਲ ਟੈਕਸ ਉਗਰਾਏ ਜਾਣ, ਇਮਾਨਦਾਰੀ ਨਾਲ ਟੈਕਸ ਲਾਏ ਜਾਣ, ਤੇ ਕੋਈ ਇਸ ਕਿਸਮ ਦੀ ਜਿਹੜੀ ਪਲੈਨਿੰਗ ਆ ਉਹ ਕੀਤੀ ਜਾਵੇ। ਅਦਰਵਾਈਜ਼ ਤਾਂ ਪੰਜਾਬ ਦਾ ਰੱਬ ਰਾਖਾ ਆ ਜੀ, ਜਿਹੜੀ ਆਮਦਨ ਅਜੇ ਆਉਣੀ ਆ ਮੰਡੀ ਬੋਰਡ ਨੂੰ, ਉਹਦੇ ਅਗੇਂਸਟ ਵੀ ਕਰਜ਼ਾ ਲਿਆ ਹੈਗਾ,
ਜਿੱਦਾਂ ਹੁਣ ਕਿਸੇ ਚੀਜ਼ ਤੇ ਤਾਂ ਕਰਜ਼ਾ ਲਿਆ ਜਾ ਸਕਦਾ ਆ, ਤੁਹਾਡੀ ਮੇਰੀ ਜ਼ਮੀਨ ਆ, ਤੁਹਾਡਾ ਮੇਰਾ ਘਰ ਆ, ਅਸੀਂ ਉੱਤੇ ਕਰਜ਼ਾ ਲੈ ਸਕਦੇ ਆ। ਪਰ ਜੇ ਮੈਂ ਨੌਕਰੀ ਕਰਦਾ ਆ ਤਾਂ ਮੈਂ ਕਹਿੰਦਾ ਵੀ ਮੈਨੂੰ ਨਾ ਅਗਲੇ ਸਾਲ ਤੱਕ 30,000 ਰੁਪਈਆ ਜਾਂ 50,000 ਰੁਪਈਆ ਮੇਰੀ ਤਨਖਾਹ ਆ ਜਾਣੀ ਆ, ਤੁਸੀਂ ਮੈਨੂੰ 40,000 ਰੁਪਈਆ ਕਰਜ਼ਾ ਦੇ ਦਿਓ। ਸੋ ਇਸ ਤਰੀਕੇ ਨਾਲ ਮੰਡੀ ਬੋਰਡ ਦੀ ਜਿਹੜੀ ਹੋਣ ਵਾਲੀ ਆਮਦਨ ਆ, ਵੁੱਡ ਵੀ ਆਮਦਨ ਜਿਹੜੀ ਆ, ਉਹਦੇ ਅਗੇਂਸਟ ਵੀ ਲੋਨ ਲਿਆ ਹੈਗਾ। ਤੋ ਇਸ ਤਰ੍ਹਾਂ ਡਿਵੈਲਪਮੈਂਟ ਕਿਵੇਂ ਹੋ ਸਕਦੀ ਆ, ਇਹ ਸੋਚਣ ਵਾਲੀਆਂ ਗੱਲਾਂ ਆ। ਬਿਲਕੁਲ ਜੀ, ਮੈਂ ਜਿਵੇਂ ਅਕਾਲੀ ਸਰਕਾਰ ਦਾ ਜ਼ਿਕਰ ਕੀਤਾ, ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਇੱਥੋਂ ਤੱਕ ਕਿ ਨਹਿਰਾਂ ਦੇ ਖੜੀਆਂ ਟਾਹਲੀਆਂ ਤੱਕ ਵੇਚ ਕੇ ਜਿਹੜੇ ਆ ਗੁਜ਼ਾਰੇ ਕੀਤੇ ਸੀਗੇ। ਜਿਹੜੇ ਰੈਸਟ ਹਾਊਸ ਬਣੇ ਹੋਏ ਸੀ ਉਹਨਾਂ ਨੂੰ ਵੇਚ ਦਿੱਤਾ ਗਿਆ। ਬਹੁਤ ਕੁਝ ਡੰਗ ਟਪਾਊ ਤਰੀਕੇ ਨਾਲ ਸਰਕਾਰਾਂ ਚੱਲਦੀਆਂ ਨੇ, ਤੇ ਇਹੋ ਵਰਤਾਰਾ ਹੁਣ ਕੈਪਟਨ ਸਰਕਾਰ ਦਾ ਵੀ ਚੱਲਿਆ ਆ ਰਿਹਾ ਕਿ ਜਿਹੜੇ 2-4 ਮਹਿਕਮੇ ਮਾਰਕਫੈਡ, ਮਿਲਕਫੈਡ ਜਾਂ ਇਹੋ ਜਿਹੇ ਹੈਗੇ ਆ, ਉਹਨਾਂ ਦੀਆਂ ਬਿਲਡਿੰਗਾਂ ਤੱਕ ਇਹਨਾਂ ਨੇ ਗਿਰਵੀ ਧਰ ਕੇ ਜਿਹੜੇ ਆ ਉਹ ਪੈਸਾ ਲੈ ਲਿਆ। ਜਿਵੇਂ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਰਿਜ਼ਰਵ ਬੈਂਕ ਤੋਂ ਪੈਸੇ ਲਈ ਜਾਂਦੀ ਆ, ਤੇ ਇਹ ਆਪਣਾ ਜਿਹੜਾ ਬਣਿਆ ਹੋਇਆ ਇਨਫਰਾਸਟ੍ਰਕਚਰ ਹੈ ਪੁਰਾਣਾ, ਉਹਨੂੰ ਵੇਚ ਵਟ ਕੇ ਟਾਈਮ ਪਾਸ ਕਰਦੇ ਨੇ ਆਪੋ ਆਪਣਾ। ਸਰਕਾਰ ਜਿਹੜੀ ਵੀ ਆਉਂਦੀ ਆ, ਤੇ ਭਲਾ ਪੰਜਾਬ ਦਾ ਜਾਂ ਭਾਰਤ ਦਾ ਕਿੱਥੇ ਹੋ ਸਕਦਾ, ਇਹ ਤੇ ਆਪਾਂ ਸਮਝ ਹੀ ਸਕਦੇ ਹਾਂ। ਮੇਰੇ ਖਿਆਲ ਸਮਾਂ ਆਪਣਾ ਪ੍ਰੋਫੈਸਰ ਸਾਹਿਬ ਹੋ ਗਿਆ। ਜੇ ਤੁਸੀਂ ਕੋਈ ਕਮੈਂਟ ਕਲੋਜ਼ਿੰਗ ਕਰਨੇ ਹੋਣ ਤੇ ਗੱਲ ਕਰ ਸਕਦੇ ਜੀ ਇੱਥੇ। ਮੈਂ ਤੁਹਾਡੇ ਨਾਲ ਜੋੜ ਕੇ ਗੱਲ ਕਰਨੀ ਚਾਹੁੰਦਾ ਆ ਕਿ ਮੈਂ ਸਪੋਰਟਸ ਕਾਲਜ ਜਲੰਧਰ ਦੇ ਵਿੱਚ 25 ਸਾਲ ਪੜ੍ਹਾਇਆ ਹੈਗਾ। ਉੱਥੋਂ ਦੀ 42 ਏਕੜ ਜ਼ਮੀਨ ਆ, ਜਿਹਦੇ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ 1961 ਦੇ ਵਿੱਚ ਇਹ ਕਾਲਜ ਬਣਾਇਆ ਸੀਗਾ। ਤੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀਗੇ, ਉਹ ਇਹਨੂੰ ਹੜੱਪ ਕੇ ਤੇ ਪ੍ਰਾਈਵੇਟ ਹੱਥਾਂ ਨੂੰ ਦੇਤੀ, ਜ਼ਮੀਨ ਵੇਚ ਦਿੱਤੀ, ਕੁਛ ਇਸ ਕਿਸਮ ਦੀਆਂ ਸਕੀਮਾਂ ਬਣਾਤੀਆਂ। ਔਰ ਹੁਣ ਜਿਹੜੀ ਸਾਰੀ ਦੀ ਸਾਰੀ ਜ਼ਮੀਨ ਹੈਗੀ ਆ, ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਕੇ ਤੇ ਉੱਥੇ ਇੱਕ ਨਾਮ ਨਿਹਾਦ ਯੂਨੀਵਰਸਿਟੀ ਬਣਾਤੀ ਹੈ, ਜਿਹਦਾ ਨਾਂ ਕੋਈ ਰੰਨ ਨਾ ਕੰਨ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਆ, ਕੋਈ ਵਾਹ ਵਾਸਤਾ ਵੀ ਹੈ ਨਹੀਂਗਾ। ਸੋ ਇਸ ਕਿਸਮ ਦੀਆਂ ਜਦੋਂ ਚੀਜ਼ਾਂ ਆ ਗਿੱਲ ਸਾਹਿਬ, ਅਸੀਂ ਬੜੇ ਯਾਨੀ ਦੁੱਖ ਨਾਲ ਇਹ ਮਹਿਸੂਸ ਕਰਦੇ ਹਾਂ ਕਿ ਇਹ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ, ਉਹਦੇ ਵੱਲ ਜਦੋਂ ਦੇਖਦੇ ਹਾਂ ਤਾਂ ਆਪਣੇ ਉੱਧਰਲੇ ਸਿਸਟਮ ਵੱਲ ਦੇਖਦੇ ਹਾਂ, ਤੇ ਜਿਹੜੀਆਂ ਚੀਜ਼ਾਂ ਸਾਡੇ ਮਨ ਦੇ ਵਿੱਚ ਸੀਗੀਆਂ, ਜਿਹਦੇ ਲਈ ਤੁਸੀਂ ਵੀ ਅਸੀਂ ਵੀ ਮਾੜੀ ਮੋਟੀ ਸਟਰਗਲ ਕਰਦੇ ਰਹੇ ਹਾਂ, ਤੇ ਉਹ ਦੁੱਖ ਵਾਲੀ ਗੱਲ ਹੀ ਹੁੰਦੀ ਹੈਗੀ ਆ ਕਿ ਜਿਹੜੀਆਂ ਸਰਕਾਰੀ ਪ੍ਰਾਪਰਟੀਜ਼ ਹੈਗੀਆਂ, ਉਹਨਾਂ ਨੂੰ ਪ੍ਰਾਈਵੇਟਾਂ ਕੋਲ ਵੇਚ ਕੇ ਤੇ ਆਪਣਾ ਜਿਹੜਾ ਢਿੱਡ ਭਰਨ ਵਾਲੀ ਗੱਲ ਸਿਆਸਤਦਾਨ ਕਰਦੇ ਆ। ਸੋ ਇਹਨਾਂ ਹਾਲਾਤ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਚਾਂਸ ਨਹੀਂ ਹੋ ਸਕਦੇ। ਬਿਲਕੁਲ ਪ੍ਰੋਫੈਸਰ, ਮੈਨੂੰ ਯਾਦ ਆ ਰਿਹਾ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ, ਆਪਾਂ ਉਹ ਸਿਸਟਮ ਚੋਂ ਆਏ ਆ, ਉਹਦਾ ਹਿੱਸਾ ਰਹੇ ਆ ਸਿਸਟਮ ਦਾ। ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪਣੇ ਵੀ ਹੰਡਾਈਆਂ ਨੇ। ਮੈਨੂੰ ਧਿਆਨ ਆ ਕਿ ਬਹੁਤ ਸਾਰੀਆਂ ਹੋਰ ਤਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਮੈਂ ਇੱਕ ਆਪਣੇ ਹੈਲਥ ਕਾਰਪੋਰੇਸ਼ਨ 'ਚ ਜੌਬ ਕੀਤੀ ਸੀ ਥੋੜਾ ਚਿਰ, ਤੇ ਅੰਮ੍ਰਿਤਸਰ ਵਾਲਾ ਜਿਹੜਾ ਮੈਂਟਲ ਹਸਪੀਟਲ ਆ, ਉਹਦੀ ਡਿਵੈਲਪਮੈਂਟ ਹੋਈ ਸੀਗੀ। ਔਰ ਉਹ ਬੈਂਕਾਂ ਕੋਲੋਂ ਲੋਨ ਲੈ ਕੇ 147 ਏਕੜ ਜਗ੍ਹਾ 'ਚ ਬਣਿਆ ਹੋਇਆ ਹਸਪੀਟਲ ਸੀ ਜੀ, ਪੁਰਾਣਾ ਬੜਾ ਸ਼ਾਨਾ ਮੱਤਾ, ਇੱਕ ਬਿਲਡਿੰਗ ਜਰਜਰ ਹੋ ਚੁੱਕੀ ਸੀ ਉਹਦੀ। ਤੇ ਉਹਦੇ ਵਿੱਚੋਂ 47 ਏਕੜ ਨੂੰ ਦੁਬਾਰਾ ਡਿਵੈਲਪ ਕੀਤਾ ਗਿਆ। ਪਹਿਲਾਂ ਤੇ ਉਹਦੀਆਂ ਇਨਕਰੋਚਮੈਂਟ ਉੱਥੇ ਜਿਹੜੇ ਲੱਗੇ ਹੋਏ ਸੀਗੇ ਮੇਟ ਮੁਨਸ਼ੀ ਹਸਪੀਟਲ ਦੇ ਵਿੱਚ, ਉਹਨਾਂ ਨੇ ਜਿਹੜੀਆਂ ਆਲੇ ਦੁਆਲੇ ਕਲੋਨੀਆਂ ਬਣ ਰਹੀਆਂ, ਸਾਰਿਆਂ ਕੋਲੋਂ ਪੈਸੇ ਲੈ ਲੈ ਕੇ 2-2, 3-3 ਫੁੱਟ ਅੱਗੇ ਇਨਕਰੋਚਮੈਂਟਾਂ ਕਰਾਈਆਂ। ਉਹ ਅਸੀਂ ਬੜੀ ਮੁਸ਼ਕਲ ਨਾਲ ਦੀਆਂ ਵਿਚਦੀਆਂ ਖਾਲੀ ਕਰਾ ਕੇ ਤੇ ਕੰਕਰੀਟ ਦੀ ਵਾਲ ਕੀਤੀ ਉਹਦੇ ਚਾਰੇ ਪਾਸੇ, ਤੇ ਬਿਲਡਿੰਗ ਉੱਥੇ 40-45 ਏਕੜ 'ਚ ਬਣਾ ਕੇ ਤੇ 100 ਏਕੜ ਜ਼ਮੀਨ ਜਿਹੜੀ ਆ ਉੱਥੇ ਹੁਣ ਟਾਟਾ ਵਾਲਿਆਂ ਦਾ ਬਣ ਗਿਆ ਜੀ ਮਾਲ, ਤੇ ਉੱਥੇ ਬਣ ਗਿਆ ਵੱਡਾ ਹੋਟਲ ਟਾਟਾ ਦਾ। ਉਹ ਸਾਰੀ ਜਗ੍ਹਾ ਜਿਹੜੀ ਆ ਕੀਮਤੀ ਜਗ੍ਹਾ ਉਹ ਵੇਚ ਕੇ ਤੇ ਹਸਪਤਾਲ ਜਿਹੜਾ ਉਹਨੂੰ ਛੋਟਾ ਕਰਕੇ ਤੇ ਇਸ ਤਰ੍ਹਾਂ ਬਣਾਤਾ ਗਿਆ। ਔਰ ਜਿਹੜੀ ਕਿ ਇੱਕ ਬਹੁਤ ਵਧੀਆ ਇੱਕ ਮਿਆਰੀ ਕਿਸੇ ਜ਼ਮਾਨੇ 'ਚ ਡਾਕਟਰ ਵਿਦਿਆਧਰ ਦਾ ਨਾਂ ਆਉਂਦਾ ਆ ਕਿ ਉਹਨੇ ਕਿਸ ਤਰ੍ਹਾਂ ਪੇਸ਼ੈਂਟ ਦੀ, ਜਿਹੜੇ ਮੈਂਟਲ ਪੇਸ਼ੈਂਟ ਸੀ, ਉਹਨਾਂ ਦੀ ਸੇਵਾ ਕੀਤੀ ਸੀ, ਔਰ ਕਿਸ ਤਰੀਕੇ ਨਾਲ ਉਹਨੇ ਲੰਬਾ ਸਮਾਂ ਕੰਮ ਕੀਤਾ ਸੀ। ਹੁਣ ਵਾਲੀਆਂ ਸਰਕਾਰਾਂ ਨੇ ਤੇ ਮੈਨੂੰ ਲੱਗਦਾ ਸ਼ਬਦ ਥੋੜਾ ਜਿਹਾ ਔਖਾ ਆ ਵੀ ਸ਼ਰਮ ਹੀ ਲਾ ਦਿੱਤੀ ਹੈ ਜੀ। ਸਹੀ ਗੱਲ ਹੈ ਜੀ। ਸੋ ਪ੍ਰੋਫੈਸਰ ਸਾਹਿਬ ਦੇ ਨਾਲ ਹੀ ਅੱਜ ਆਪਾਂ ਕਰਦੇ ਹਾਂ ਸਮਾਪਤ, ਤੇ ਕੱਲ ਦੁਬਾਰਾ ਮਿਲਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਬਿਲਕੁਲ, ਤੁਸੀਂ ਪ੍ਰੋਗਰਾਮ ਸਾਡਾ ਸੁਣਿਆ ਜੀ, ਤੇ ਕੱਲ ਦੇ ਪ੍ਰੋਗਰਾਮ 'ਚ ਆਪਾਂ ਦੁਬਾਰਾ ਜਿਹੜਾ ਜੀ ਤੁਹਾਡੀ ਸੇਵਾ 'ਚ ਹੋਵਾਂਗੇ ਹਾਜ਼ਰ। ਅੱਜ ਅਸੀਂ ਇੱਥੇ ਹੀ ਪ੍ਰੋਗਰਾਮ ਜਿਹੜਾ ਜੀ ਉਹਨੂੰ ਕਰਨਾ ਚਾਹੁੰਦੇ ਹਾਂ ਖਤਮ। ਸੁਸ਼ੀਲ ਦਸਾਂਝ ਨੂੰ ਦੁਬਾਰਾ ਮੈਂ ਦੂਜੇ ਭਾਗ ਦੇ ਵਿੱਚ ਆਪਣੇ ਨਾਲ ਜੋੜਦਾ, ਤੇ ਉਹਨਾਂ ਨਾਲ ਪੰਜਾਬ ਦੀਆਂ ਕੁਝ ਖਬਰਾਂ ਜਿਹੜੀਆਂ ਨੇ ਉੱਤੇ ਗੱਲਬਾਤ ਆਪਾਂ ਲਗਾਤਾਰ ਕਰਨੀ ਆ। ਸੋ ਅੱਜ ਪ੍ਰੋਫੈਸਰ ਸਾਹਿਬ ਨਾਲ ਇੰਨੀ ਕੀ ਗੱਲਬਾਤ ਸੀਗੀ। ਔਰ ਭਾਰਤ ਦਾ ਜਿਹੜਾ ਸਿਸਟਮ ਹੈ, ਸਮੁੱਚਾ ਸਿਸਟਮ, ਉਹ ਕਿਤੇ ਨਾ ਕਿਤੇ ਜਿਹੜਾ ਉਹ ਸਾਰਾ ਹੀ ਜਰਜਰਾ ਹੋਇਆ ਪਿਆ ਵਾ। ਸ਼ਸ਼ੀਦਰੀ ਕਹਿੰਦੇ ਆ ਕਿ ਇਹ ਇੱਕ ਵਾਰੀ ਢਹਿ ਢੇਰੀ ਕਰਕੇ ਦੁਬਾਰਾ ਉਸਾਰਨ ਦੀ ਲੋੜ ਹੈ।
ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕਿਹੋ ਜਿਹੀ ਚੇਤਨਤਾ ਆਉਂਦੀ ਹੈ ਤੇ ਲੋਕ ਕਿਸ ਪਾਸੇ ਨੂੰ ਤੁਰਦੇ ਨੇ। ਬਹੁਤ ਬਹੁਤ ਪ੍ਰੋਫੈਸਰ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਆਪਣੇ ਦਰਸ਼ਕਾਂ ਦਾ ਵੀ ਕਰਦੇ ਹਾਂ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ। ਜੋਤੀ ਤੂੰ ਆਈ ਹੀ ਨਹੀਂ ਆਪਣੇ ਆਪ।